पूरी दुनिया घूम के देख ली, करोड़ों रुपये कमा के भी देख ले, पर वो सुकून किते नहीं मिलिया जो पंजाब दे विच अपने पुरखियां दी जगह दे उत्ते आके इस शख्स नूं मिलिया। ताड़ी मुलाकात करवावांगे और ये शख्स कनेडा दे विच पायलट भी रह चुके ने, पर फिर भी पंजाब तो इन्हां दा मोह नहीं टुटिया। अज पंजाब दे विच पायलट दी नौकरी छड्ड के वापस आए ने तां पुरखियां दी जगह दे उत्ते बनाया फार्म हाउस। ਤੁਸੀਂ ਇੱਥੇ ਜਾਓਗੇ ਤੁਹਾਨੂੰ ਘਾਹ ਉੱਥੇ ਹੋਰ ਹਰੀ ਦਿਸੂਗੀ, ਤੁਸੀਂ ਉੱਥੇ ਜਾਓਗੇ ਤੁਹਾਨੂੰ ਫਿਰ ਤੁਹਾਡਾ ਪੰਜਾਬ ਹੋਰ ਹਰਾ ਦਿਸੂਗਾ। ਹੁਣ ਤੁਸੀਂ ਕਿਤੇ ਤੇ ਬਹਿ ਕੇ ਆਪਣੇ ਆਪ ਨੂੰ ਡਿਵੈਲਪ ਕਰਨਾ ਹੈ, ਉਹ ਤੁਸੀਂ ਇੱਥੇ ਹੀ ਕਿਉਂ ਨਾ ਕਰੋ। ਇੱਥੇ ਤੇ ਤੁਹਾਡਾ ਘਰ ਹੈਗਾ, ਤੁਹਾਡੀ ਜ਼ਮੀਨ ਹੈਗੀ, ਤੁਸੀਂ ਆਪਣੀ ਜ਼ਮੀਨਾਂ ਨੂੰ ਨਾ ਵੇਚੋ। ਜ਼ਮੀਨਾਂ ਤੁਸੀਂ ਵੇਚ ਕੇ ਸ਼ਹਿਰ ਜਾ ਰਹੇ ਹੋ, ਉੱਥੇ ਤੁਸੀਂ ਕੋਠੀ ਖਰੀਦੋਗੇ, ਤੁਸੀਂ ਕੋਠੀ 'ਚ ਫਸ ਜਾਓਗੇ। ਤੁਹਾਡੀ ਜ਼ਮੀਨ ਹੈਗੀ, ਖੁੱਲੀ ਜ਼ਮੀਨਾਂ ਹੈਗੀ, ਤੁਸੀਂ ਆਪਣਾ ਜੀਰੀ ਲਾਓ, ਕਣਕ ਲਾਓ। ਦੁਨੀਆ ਇੰਨੀ ਸੋਹਣੀ ਹੈਗੀ ਜਿੱਥੇ ਤੁਹਾਡੀ ਹੈਲਥ ਹੋਵੇ, ਤੁਹਾਡੇ ਕੋਲ ਜ਼ਮੀਨ ਹੋਵੇ। ਆਈ ਥਿੰਕ ਪੰਜਾਬ ਦੇ ਲੋਕ ਬਲੈਸਡ ਹੈਗੇ ਕਿ ਸਾਡੇ ਕੋਲ ਇੰਨੀ ਖੂਬਸੂਰਤ ਜ਼ਮੀਨਾਂ ਹੈਗੀ, ਇੰਨਾ ਵਧੀਆ ਸਰੀਰ ਸਾਨੂੰ ਰੱਬ ਨੇ ਦਿੱਤਾ ਹੈਗਾ। ਉਹਨੂੰ ਅਗਰ ਆਪਾਂ ਮੇਨਟੇਨ ਕਰਕੇ ਆਪਣੀ ਜ਼ਮੀਨਾਂ ਦੇ ਉੱਤੇ ਖੁਦ ਖੇਤੀ ਕਰੇ, ਆਈ ਥਿੰਕ ਸਾਡੇ ਨਾਲ ਕਿਸੇ ਵਰਲਡ ਦੇ ਲੋਕਾਂ ਦਾ ਕੋਈ ਮੁਕਾਬਲਾ ਨਹੀਂ ਹੈ। ਵਾਈ ਆਰ ਵੀ ਲੀਵਿੰਗ ਇਟ? ਸਾਨੂੰ ਉਹ ਛੱਡ ਕੇ ਦੂਜੇ ਮੁਲਕ ਜਾ ਕੇ, ਉਹ ਦੂਜੇ ਮੁਲਕ 'ਚ ਤੁਸੀਂ ਕੰਮ ਕਰ ਰਹੇ ਹੋ, ਦੂਜੇ ਮੁਲਕ ਦਾ ਫਾਇਦਾ ਹੋ ਰਿਹਾ ਹੈ ਉੱਥੇ। ਤੁਸੀਂ ਇੱਥੇ ਰਹਿ ਕੇ ਆਪਣੇ ਮੁਲਕ, ਆਪਣੇ ਪ੍ਰਦੇਸ਼, ਆਪਣੀ ਸਟੇਟ, ਆਪਣੀ ਡਿਸਟ੍ਰਿਕਟ ਦਾ ਫਾਇਦਾ। ਪਰ ਹਰੇਕ ਚੀਜ਼ ਸਿਸਟਮ ਦੇ ਉੱਤੇ ਬਲੇਮ ਕਰਨਾ ਮੈਂ ਨਹੀਂ ਮੰਨਦਾ। ਤੁਹਾਨੂੰ ਸਫਲਤਾ ਚਾਹੀਦੀ, ਤੁਸੀਂ ਲੱਗੇ ਰਹੋ ਪਿੱਛੇ, ਤੁਹਾਡਾ ਰਾਸਤਾ ਨਿਕਲ ਆਊਗਾ। ਅਤੇ ਅਲਟੀਮੇਟਲੀ ਅਗਰ ਤੁਹਾਨੂੰ ਚੇਂਜ ਕਰਨਾ ਹੀ ਹੈ, ਤੁਸੀਂ ਸਿਸਟਮ ਦੇ ਹਿੱਸਾ ਬਣ ਜਾਓ, ਅਤੇ ਹਿੱਸਾ ਬਣ ਕੇ ਉਹ ਯਾਦ ਰੱਖੋ ਜੋ ਤੁਹਾਡੇ ਉੱਤੇ ਬੀਤੀ ਸੀ, ਅਤੇ ਫਿਰ ਤੁਸੀਂ ਸਿਸਟਮ ਨੂੰ ਹੌਲੀ ਹੌਲੀ ਜੋ ਵੀ ਆਪਣੀ ਲਾਈਫ ਟਾਈਮ ਚੇਂਜ ਕਰ ਸਕਦੇ ਹੋ ਉਹਨੂੰ ਚੇਂਜ ਕਰੋ। ਹਰੇਕ ਚੀਜ਼ ਛੱਡ ਕੇ, ਆਪਣੀ ਘਰ ਨੂੰ ਛੱਡ ਕੇ, ਪੰਜਾਬ ਨੂੰ ਛੱਡ ਕੇ ਕੋਈ ਵੀ ਯੂਥ ਨਾ ਜਾਵੇ, ਕਿਉਂਕਿ ਦ ਗਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦੀ ਅਦਰ ਸਾਈਡ। ਉਹ ਘਾਹ ਹਰ ਵਾਰੀ ਹਰੀ ਦਿਸੂਗੀ ਦੂਜੇ ਪਾਸੇ, ਅਤੇ ਦੁਨੀਆ 'ਤੇ ਇੱਕ ਹੀ ਹੈ, ਜ਼ਿੰਦਗੀ ਛੋਟੀ ਜਿਹੀ ਹੈਗੀ। ਇੱਥੇ ਬਹਿ ਕੇ ਤੁਸੀਂ ਨਾਲ ਮਿਲ ਕੇ ਸਟੇਟ ਨੂੰ ਵਧੀਆ ਬਣਾਓ, ਸਪੋਰਟ ਦਿਓ, ਸਿਸਟਮ ਨੂੰ ਵੀ ਸਪੋਰਟ ਦਿਓ। पूरी दुनिया घूम के देख ली, पर वो सुकून, वो सबर नहीं मिलिया जो पंजाब ते अपने पिंड विच आके मिलिया। ਅਤੇ ਮੈਨੂੰ ਇਹ ਚੀਜ਼ ਹਰ ਵਾਰੀ ਚੁੱਭਦੀ ਸੀਗੀ ਕਿ ਜਿੱਥੇ ਸਾਡੇ ਬਜ਼ੁਰਗ ਲੋਕ ਹੈਗੇ, ਉਹ ਜਗ੍ਹਾ ਨੂੰ ਮੈਂ ਭੁੱਲ ਨਹੀਂ ਸਕਦਾ। ਜਿੱਥੇ ਉਹਨਾਂ ਦਾ ਖੇਤ ਹੈ, ਮੈਂ ਵੀ ਖੇਤੀ ਕਰਾਂਗਾ, ਮੈਂ ਵੀ ਟਰੈਕਟਰ ਚਲਾਵਾਂਗਾ, ਮੈਂ ਵੀ ਜੀਰੀ ਲਗਾਵਾਂਗਾ ਹੱਥ ਨਾਲ। ਜਿਵੇਂ ਤੁਸੀਂ ਵੀ ਹੁਣ ਜ਼ਿਕਰ ਕਰ ਰਹੇ ਸੀ, ਤੁਸੀਂ ਸੁਬਾਹ ਉੱਠਦੇ ਹੋ ਵੀ ਆਪ ਹੀ ਪੋਚੇ ਘਰੇ ਲਾਉਣ ਲੱਗ ਪੈਂਦੇ ਹੋ, ਝਾੜੂ ਵੀ ਆਪ ਹੀ ਲਗਾਉਂਦੇ ਹੋ, ਜੇ ਡਰਾਈਵ ਵੀ ਆਪ ਹੀ ਕਰ ਲੈਂਦੇ ਹੋ। ਚਾਹੇ ਜਿੰਨੇ ਵੀ ਉੱਚੇ ਪਦ ਵਿੱਚ ਹੋਵੇ, ਤੁਸੀਂ ਚਾਹੇ ਅਫਸਰ ਹੋਵੇ, ਤੁਸੀਂ ਚਾਹੇ ਬਿਲੀਅਨਰ ਹੋਵੇ, ਤੁਸੀਂ ਚਾਹੇ ਸਭ ਤੋਂ ਵੱਡੀਆਂ ਕੰਪਨੀ 'ਚ ਤੁਹਾਡੀ ਪੋਜੀਸ਼ਨ ਹੋਵੇ, ਜੋ ਮੈਂ ਐਕਸਪੀਰੀਅੰਸ ਕੀਤਾ ਹੈ। ਆਈ ਮੀਨ ਆਈ ਵਾਜ਼ PwC, ਬਹੁਤ ਮਾਨੀ ਜਾਣੀ ਕੰਪਨੀ ਹੈ ਆਲ ਓਵਰ ਦ ਵਰਲਡ, ਪਰ ਕਦੀ ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਹੈ ਝਾੜੂ ਪੋਚਾ ਲਾਉਣ ਤੋਂ। ਕਿਉਂਕਿ ਅਗਰ ਤੁਸੀਂ ਆਪਣਾ ਘਰ ਖੁਦ ਨਹੀਂ ਸਾਫ਼ ਕਰ ਸਕਦੇ ਹੋ, ਅਤੇ ਤੁਸੀਂ ਆਪਣੀ ਜ਼ਿੰਦਗੀ ਕਿੱਦਾਂ ਸਾਫ਼ ਕਰੋਗੇ? ਤੁਸੀਂ ਆਪਣੇ ਘਰ 'ਚ ਝਾੜੂ ਖੁਦ ਲਾਓਗੇ, ਤੁਸੀਂ ਹੌਲੀ ਹੌਲੀ ਆਪਣੀ ਰੋਡ ਦੇ ਉੱਤੇ ਵੀ ਲਾਓਗੇ। ਰੋਡ ਦੇ ਉੱਤੇ ਤੁਸੀਂ ਸਫਾਈ ਕਰੋਗੇ, ਤੁਹਾਡਾ ਪਿੰਡ ਦੀ ਵੀ ਤੁਸੀਂ ਖੁਦ ਸਫਾਈ ਕਰੋਗੇ, ਤੁਹਾਡਾ ਸ਼ਹਿਰ ਵੀ ਸਾਫ਼ ਹੋਊਗਾ, ਤੁਹਾਡਾ ਸਾਰਾ ਇਲਾਕਾ ਸਾਫ਼ ਹੋਊਗਾ। ਇਹ ਮਾਈਂਡ ਸੈਟ ਕਿਤੇ ਤੇ ਸ਼ੁਰੂ ਹੋਣਾ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਹਿੰਦੇ ਨੇ ਕਿ ਬੰਦਾ ਪਿੰਡ ਵਿੱਚੋਂ ਚਲਾ ਜਾਂਦਾ, ਪਰ ਬੰਦੇ ਦੇ ਦਿਲ ਵਿੱਚੋਂ ਪਿੰਡ ਨਹੀਂ ਨਿਕਲਦਾ। ਅਸੀਂ ਸਭ ਮੌਜੂਦ ਹਾਂ ਮੁਹਾਲੀ ਦੇ ਲਾਗੇ ਪਿੰਡ ਵਿੱਚ। ਇੱਕ ਇਹੋ ਜਿਹੇ ਸ਼ਖਸ ਨਾਲ ਗੱਲਬਾਤ ਕਰਵਾਵਾਂਗੇ ਜੋ ਕੈਨੇਡਾ ਦੇ ਵਿੱਚ ਪਾਇਲਟ ਰਹੇ, ਪਾਇਲਟ ਦੀ ਨੌਕਰੀ ਛੱਡ ਕੇ ਪੰਜਾਬ ਦੇ ਵਿੱਚ ਆ ਗਏ। ਜੋ ਤੁਸੀਂ ਇਹ ਸੜਕ ਦੇਖਦੇ ਹੋ, ਖੁਦ ਉਸ ਪਾਇਲਟ ਨੇ, ਜੋ ਹੁਣ ਨਹੀਂ ਪਾਇਲਟ ਨੇ, ਰਿਜ਼ਾਈਨ ਦੇ ਕੇ ਪੰਜਾਬ 'ਚ ਆ ਗਏ ਨੇ। खुद ट्रैक्टर चला के सड़क बनाई और जीरी भी लगी है दूसरे पासे। ये जीरी भी खुद उन्होंने
ਟਰੈਕਟਰ ਰਾਹੀਂ ਵਾਹੀ, ਜ਼ਮੀਨ ਨੂੰ ਵਾਹਿਆ ਤੇ ਫਿਰ ਬਾਅਦ 'ਚ ਜੀਰੀ ਵੀ ਲਗਾਈ। ਖੁਦ ਉਹਨਾਂ ਨੇ ਆਪਣੇ ਹੱਥਾਂ ਨਾਲ ਕੰਮ ਕੀਤਾ। ਲੱਖਾਂ ਕਰੋੜਾਂ ਰੁਪਏ ਕਮਾ ਸਕਦੇ ਸੀ, ਪਰ ਵਾਪਸ ਪੰਜਾਬ ਦੇ ਵਿੱਚ ਆ ਗਏ। ਹੁਣ ਗੱਲਬਾਤ ਕਰ ਰਹੇ ਸੀ, ਜ਼ਿਕਰ ਵੀ ਕਰ ਰਹੇ ਸੀ ਕਿ ਪੂਰੀ ਦੁਨੀਆ ਘੁੰਮ ਕੇ ਦੇਖ ਲਈ, ਪੂਰੀ ਦੁਨੀਆ ਵਿੱਚ ਕਿਤੇ ਵੀ ਮਨ ਨਹੀਂ ਠਹਿਰਿਆ ਤਾਂ ਵਾਪਸ ਆਪਣੇ ਪੰਜਾਬ ਤੇ ਆਪਣੇ ਪਿੰਡ ਵਿੱਚ ਆ ਕੇ ਠਹਿਰਿਆ। ਕਰਨ ਸਿੰਘ ਉਹ ਸ਼ਖਸ ਨੇ। ਕਰਨ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ ਜੋ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਨੇ, ਔਰ ਜੋ ਪੀੜ੍ਹੀ, ਜੋ ਨੌਜਵਾਨ ਹੁਣ ਬਾਹਰ ਜਾ ਰਹੇ ਨੇ, ਉਹਨਾਂ ਵਾਸਤੇ ਵੀ ਮੈਸੇਜ ਦੇਣਾ ਚਾਹੁੰਦੇ ਨੇ। ਖੁਦ ਬਾਹਰੋਂ ਪਾਇਲਟ ਦੀ ਨੌਕਰੀ ਛੱਡ ਕੇ ਆ ਕੇ ਲੱਖਾਂ ਰੁਪਏ ਤਨਖਾਹ ਹੁੰਦੀ ਸੀ, ਪਰ ਜੀ ਨਹੀਂ ਲੱਗਿਆ। ਕਰਨ ਸਿੰਘ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਸ਼ੁਰੂਆਤ ਕਰਾਂਗੇ ਕਿਉਂ ਇੱਥੇ ਆ ਗਏ ਨੇ। IPS IAS ਆਫਿਸਰ ਵੀ ਬਣ ਸਕਦੇ ਸੀ, ਪਰ ਨਹੀਂ ਬਣੇ। ਕਰਨ ਸਿੰਘ ਸਾਡੇ ਨਾਲ ਨੇ, ਆਪਾਂ ਨਾਲ ਗੱਲਬਾਤ ਕਰਾਂਗੇ। ਕਦੋਂ ਜੀ ਵਾਹਿ ਖਾਸ ਵਾਹਿ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਰ ਮੈਂ ਪਹਿਲਾ ਸਵਾਲ ਇਹੀ ਹੈ, ਤੁਸੀਂ ਹੁਣ ਜਿਵੇਂ ਜ਼ਿਕਰ ਕਰ ਰਹੇ ਸੀ ਪੂਰੀ ਦੁਨੀਆ ਘੁੰਮ ਕੇ ਦੇਖ ਲਈ, ਪਰ ਉਹ ਸਕੂਨ, ਉਹ ਸਬਰ ਨਹੀਂ ਮਿਲਿਆ ਜੋ ਪੰਜਾਬ ਤੇ ਆਪਣੇ ਪਿੰਡ ਵਿੱਚ ਆ ਕੇ ਮਿਲਿਆ। ਜੀ ਬਿਲਕੁਲ। ਮੈਂ ਬਹੁਤ ਸਾਲ ਰਿਹਾ ਸੀ ਬਾਹਰ, ਐਂਡ ਮੇਰੇ ਬਜ਼ੁਰਗ ਇੱਥੇ ਸੀਗੇ, ਮੇਰੇ ਦਾਦਾ ਜੀ ਤੇ ਦਾਦੀ ਜੀ, ਤੇ ਉਹਨਾਂ ਦਾ ਇਨਫੈਕਟ ਆਖਰੀ ਦੇ ਲਾਸਟ ਫਿਊ ਇਅਰਸ ਉਹਨਾਂ ਦੇ ਲਾਈਫ ਦੇ ਇੱਥੇ ਹੀ ਸੀਗੇ। ਤੇ ਮੈਨੂੰ ਇਹ ਚੀਜ਼ ਹਰ ਵਾਰੀ ਚੁਭਦੀ ਸੀਗੀ ਕਿ ਜਿੱਥੇ ਸਾਡੇ ਬਜ਼ੁਰਗ ਲੋਕ ਹੈਗੇ, ਉਹ ਜਗ੍ਹਾ ਨੂੰ ਮੈਂ ਭੁੱਲ ਨਹੀਂ ਸਕਦਾ ਹਾਂ। ਤੇ ਉਹਨਾਂ ਦੇ ਇੱਥੇ ਪਿੰਡ ਨਾਲ ਬਹੁਤ ਵਧੀਆ ਇੰਟਰੈਕਸ਼ਨ ਸੀਗਾ, ਪਿੰਡ ਦੇ ਸੀਨੀਅਰ ਮੈਂਬਰਸ ਨਾਲ, ਤੇ ਦੇ ਵਰ ਵੈਰੀ ਗਰਾਊਂਡਡ ਪੀਪਲ। ਤੇ ਮੇਰਾ ਇਹ ਸੀਗਾ ਕਿ ਆਪਾਂ ਵਾਪਸ ਉੱਥੇ ਹੀ ਆਵਾਂਗੇ ਜਿੱਥੇ ਸਾਡੇ ਬਜ਼ੁਰਗ ਹੈਗੇ। ਤੇ ਜੋ ਸਾਡਾ ਸਾਰਾ ਐਕਸਪੀਰੀਅੰਸ ਹੈਗਾ ਲਾਈਫ 'ਚ, ਮੈਂ ਖੁਸ਼ਕਿਸਮਤ ਸੀਗਾ ਕਿ ਕਮ ਉਮਰ 'ਚ ਕਾਫੀ ਐਕਸਪੀਰੀਅੰਸ ਮੈਨੂੰ ਮਿਲਿਆ ਹੈ। ਐਂਡ ਉਹ ਆਪਾਂ ਵਾਪਸ ਆ ਕੇ ਉਸ ਪਿੰਡ 'ਚ ਵਧੀਆ ਦੀ ਜਗ੍ਹਾ ਬਣਾਵਾਂਗੇ, ਫੈਸਿਲਿਟੀ ਬਣਾਵਾਂਗੇ ਜੋ ਸਾਡੇ ਪਿੰਡ ਦੇ ਵਾਸੀਆਂ ਦੇ ਲਈ ਵੀ ਖੁੱਲੀ ਹੋਵੇ, ਤੇ ਲੋਕਾਂ ਦੇ ਮੋਹਾਲੀ ਸ਼ਹਿਰ ਦੇ ਲਈ ਵੀ ਹੋਵੇ, ਤੇ ਪੰਜਾਬ ਦੇ ਲਈ ਵੀ ਹੋਵੇ। ਤੇ ਦੈਟਸ ਹਾਊ ਆਈ ਕੇਮ ਬੈਕ ਮਾਈ ਸੈਲਫ। ਔਰ ਮੈਂ ਉਹਨਾਂ ਦੇ ਨਾਲ ਮਿਲ ਕੇ ਮੈਂ ਕੰਮ ਕਰਨਾ ਚਾਹੁੰਦਾ ਸੀਗਾ, ਨਾਟ ਟੂ ਕੀਪ ਅ ਸਟੇਟਸ ਕਿ ਮੈਂ ਕੋਈ ਅਫਸਰ ਦਾ ਮੁੰਡਾ ਹੈਗਾ ਜਾਂ ਮੈਂ ਕੋਈ ਡੂਨ ਸਕੂਲ ਦਾ ਪੜ੍ਹਿਆ ਹੈਗਾ, ਬੜਾ ਹਾਈ ਪ੍ਰੋਫਾਈਲ ਸਕੂਲ ਦਾ। ਆਪਾਂ ਨਾਲ ਹੀ ਖੇਤੀ ਕਰਾਂਗੇ ਉਹਨਾਂ ਦੇ ਨਾਲ, ਜਿੱਥੇ ਉਹਨਾਂ ਦਾ ਖੇਤ ਹੈ ਮੈਂ ਵੀ ਖੇਤੀ ਕਰਾਂਗਾ, ਮੈਂ ਵੀ ਟਰੈਕਟਰ ਚਲਾਵਾਂਗਾ, ਮੈਂ ਵੀ ਜੀਰੀ ਲਗਾਵਾਂਗਾ ਹੱਥ ਨਾਲ, ਟੂ ਮੇਕ them ਫੀਲ that ਤੁਹਾਡੀ ਜਿੰਨੀ ਮਰਜ਼ੀ ਐਜੂਕੇਸ਼ਨ ਹੋਵੇ, look, I am there, we are there, there are a lot of other Punjabi people there who have traveled, but we are here with you, standing for you, to encourage you to do a lot of good things at your level, and we also respect the work that you are doing. ਤੁਸੀਂ ਜੋ ਵੀ ਕੰਮ ਕਰ ਰਹੇ ਹੋ, it is a very respectful job. ਤੁਸੀਂ ਹੁਣ ਪੰਜਾਬ ਬਾਰੇ ਜਾਂ ਪੰਜਾਬ ਦੀ ਵੀ ਚਰਚਾ ਕਰਾਂਗੇ। ਪਹਿਲਾਂ ਤਾਂ ਮੇਰਾ ਸਵਾਲ ਹੈ ਕਿ ਕਦੋਂ ਜਾ ਕੇ ਤੁਸੀਂ ਪਾਇਲਟ ਬਣੇ ਕੈਨੇਡਾ ਦੇ ਵਿੱਚ? ਛੱਡਣ ਦਾ ਕਾਰਨ ਕੀ ਸੀ? ਕਿੰਨੇ ਸਾਲ ਤੁਸੀਂ ਪੂਰੀ ਦੁਨੀਆ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਗਏ, ਤੇ ਨੌਕਰੀ ਛੱਡਣ ਦਾ ਕੀ ਕਾਰਨ ਸੀ? ਉਹ ਕਦੋਂ ਸ਼ੁਰੂਆਤ ਕੀਤੀ ਸੀ ਪਾਇਲਟ ਦੀ? ਮੈਂ ਐਕਚੁਅਲੀ ਸ਼ੁਰੂ ਤੋਂ ਹੀ ਮੇਰੇ ਫਾਦਰ ਸਾਹਿਬ ਦਾ ਇਹ ਬਹੁਤ ਵਧੀਆ ਉਹਨਾਂ ਦਾ ਥਾਟ ਪ੍ਰੋਸੈਸ ਸੀਗਾ। ਉਹ ਬੋਲਦੇ ਸੀ ਜਦ ਬੰਦਾ 18 ਸਾਲ ਦਾ ਹੋ ਜਾਂਦਾ ਹੈ, ਉਹਨੂੰ ਆਪਣੇ ਮਾਂ ਪਿਓ ਦਾ ਘਰ ਛੱਡ ਕੇ ਖੁਦ ਆਪਣੇ ਪੈਰਾਂ ਦੇ ਉੱਤੇ ਖੜੇ ਹੋਣਾ ਚਾਹੀਦਾ ਹੈ। ਤੇ ਉਹ ਸ਼ੁਰੂ ਤੋਂ ਹੀ ਮੈਨੂੰ ਬੋਲ ਰਹੇ ਸੀਗੇ ਕਿ ਤੁਸੀਂ ਛੇਤੀ ਤੋਂ ਛੇਤੀ ਆਪਣੀ ਨੌਕਰੀ ਲਓ, ਤੁਸੀਂ ਵਰਲਡ ਨੂੰ ਐਕਸਪੀਰੀਅੰਸ ਕਰੋ, ਤੇ ਆਪਣੇ ਪੈਰਾਂ ਦੇ ਉੱਤੇ ਤੁਸੀਂ ਖੜੇ ਹੋ ਕੇ ਕਰੋ ਕੰਮ। ਤੇ ਮੈਂ ਕਾਫੀ ਵਧੀਆ ਇੰਟਰਨੈਸ਼ਨਲ ਕੰਪਨੀਆਂ ਦੇ ਨਾਲ ਕੰਮ ਕੀਤਾ ਸੀ, ਲਾਈਕ ਅਮਰੀਕਨ ਐਕਸਪ੍ਰੈਸ, ਉਹਨਾਂ ਦੇ ਕਾਰਪੋਰੇਟ ਡਿਸਪਿਊਟ ਡਿਪਾਰਟਮੈਂਟ ਬਹੁਤ ਵਧੀਆ ਡਿਪਾਰਟਮੈਂਟ ਹੈਗਾ, ਇਟ ਇਜ਼ ਰੈਕਗਨਾਈਜ਼ਡ ਵਰਲਡ ਵਾਈਡ। ਉਹਨਾਂ ਦੇ ਆਫਿਸਿਸ ਆਲ ਓਵਰ ਦਾ ਵਰਲਡ ਹੈਗੇ, ਵਿਦ ਹਾਂਗਕਾਂਗ ਸ਼ੰਘਾਈ ਬੈਂਕ, ਵਿਦ ਦੇ ਫਰਾਡ ਡਿਟੈਕਸ਼ਨ ਡਿਪਾਰਟਮੈਂਟ, ਜਿੱਥੇ ਆਪਾਂ ਫਰਾਡ ਪਕੜਦੇ ਸੀ, ਜੋ ਲੋਕ ਠੱਗੀ ਕਰਦੇ ਸੀ ਉਹਨਾਂ ਨੂੰ ਆਪਾਂ ਪਕੜਦੇ ਸੀ, ਵਿਦ ਦੀ ਲੰਡਨ ਪੁਲਿਸ। ਤੇ ਉਹ ਤਜਰਬਾ ਮੇਰਾ ਬਹੁਤ ਸ਼ੁਰੂ ਤੋਂ ਸੀਗਾ ਕਿ ਆਪਾਂ ਜਿੱਥੇ ਵੀ ਜਾਵੇ ਆਪਾਂ ਸਿਸਟਮ ਨੂੰ ਵਧੀਆ ਸੈੱਟ ਕਰਾਂ। ਉਹਦੇ ਬਾਅਦ ਮੇਰਾ ਘੋੜਿਆਂ ਨਾਲ ਬਹੁਤ ਸ਼ੌਕ ਸੀ ਬਚਪਨ ਤੋਂ ਹੀ। ਆਈ ਵਾਸ ਪ੍ਰਿਵਿਲੇਜ ਕਿ ਪ੍ਰੈਜ਼ੀਡੈਂਟਸ ਬਾਡੀਗਾਰਡਸ ਨੇ ਮੈਨੂੰ ਟ੍ਰੇਨਿੰਗ ਦਿੱਤੀ ਸੀ ਘੋੜਿਆਂ ਦੇ ਉੱਤੇ, ਜੋ ਬਿਲਕੁਲ ਬੈਸਟ ਆਫ ਦਾ ਬੈਸਟ ਹੁੰਦੇ ਹੈ। ਤੇ ਮੈਨੂੰ ਇਹ ਸੀਗਾ ਕਿ ਆਈ ਵਾਂਟ ਅ ਲਾਈਫ ਜੋ ਨੇਚਰ ਦੇ ਕੋਲ ਹੋਵੇ, ਐਂਡ ਆਈ ਵਾਸ ਫੈਸੀਨੇਟਡ ਬਾਈ ਫਲਾਈਂਗ। ਤੇ ਮੈਨੂੰ ਲੱਗਾ ਕੈਨੇਡਾ ਇਜ਼ ਅ ਗ੍ਰੇਟ ਪਲੇਸ ਟੂ ਗੋ ਟੂ ਲਰਨ ਹਾਊ ਟੂ ਫਲਾਈ। ਦੋ ਕਮਰਸ਼ੀਅਲ ਪਾਇਲਟ ਲਾਇਸੈਂਸ ਕੈਨੇਡਾ ਦਾ ਕਾਫੀ ਔਖਾ ਮਾਨਾ ਜਾਂਦਾ ਹੈ, ਉਹਦੇ 'ਚ ਕਾਫੀ ਰਿਟਨ ਐਗਜ਼ਾਮ ਹੈਗੇ, there are lots of subjects। ਅਮਰੀਕਨ ਕਮਰਸ਼ੀਅਲ ਪਾਇਲਟ ਲਾਇਸੈਂਸ ਹੋਰ ਸੌਖਾ ਹੈਗਾ।
ਸੋ ਐਨੀਵੇ ਦੈਟ ਇਜ਼ ਹਾਊ ਆਈ ਮੇਡ ਦ ਡਿਸੀਜਨ। ਔਰ ਇਹ ਵੀ ਸੀਗਾ ਕਿ ਸਾਡੇ ਪੰਜਾਬੀ ਲੋਕ ਬਹੁਤ ਹੈਗੇ ਕੈਨੇਡਾ 'ਚ, ਸੋ ਲੈਟਸ ਸੀ ਵਾਟ ਦੇ ਆਰ ਡੂਇੰਗ ਦੇयर ਯੂ ਨੋ। ਤਾਂ ਉਹ ਸਾਰਾ ਮਿਲ that thought process took me to Canada in 2009 ਐਂਡ ਉੱਥੇ ਮੈਂ ਬ੍ਰਿਟਿਸ਼ ਕੋਲੰਬੀਆ ਵੈਂਕੂਵਰ 'ਚ ਬਹੁਤ ਹੀ ਖੂਬਸੂਰਤ ਜਗ੍ਹਾ ਦੇ ਉੱਤੇ ਓਵਰ ਦਾ ਪੈਸੀਫਿਕ ਓਸ਼ਨ ਮੈਂ ਫਲਾਈਂਗ ਕੀਤੀ ਹੈ। ਆਈ ਥਿੰਕ ਆਈ ਐਮ ਬਲੈਸਡ ਐਂਡ ਮੈਂ ਬਹੁਤ ਖੁਸ਼ਨਸੀਬ ਹੈਗਾ ਕਿ ਮੈਨੂੰ ਇੱਦਾਂ ਦੀ ਵਧੀਆ ਓਪਰਚੁਨਿਟੀ ਮਿਲੀ। ਪਰ ਕੰਮ ਵੀ ਉੱਥੇ ਕੀਤਾ, ਪੈਸੇ ਵੀ ਬਣਾਏ, ਪਰ ਕਿਤੇ ਮੇਰੇ ਦਿਲ ਸੀਗਾ ਕਿ ਯੂ ਨੋ ਜਿੱਥੇ ਮੇਰੇ ਬਜ਼ੁਰਗ ਹੈਗੇ ਪੰਜਾਬ 'ਚ, ਉੱਥੇ ਜਾ ਕੇ ਆਪਾਂ ਕੁਛ ਯੂ ਨੋ ਲੈਟ ਅਸ ਕੈਰੀ ਆਰ ਐਕਸਪੀਰੀਅੰਸ ਬੈਕ ਐਂਡ ਉਹ ਸਾਰਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੀਦਾ ਉੱਥੇ ਦੇ ਲੋਕਾਂ ਨਾਲ। ਅੱਛਾ, ਤੁਸੀਂ ਹੁਣ ਜਿਵੇਂ ਗੱਲਬਾਤ ਕਰਦੇ ਹੋ, ਮੇਰਾ ਖੁਦ ਵੀ ਸਵਾਲ ਹੈ ਕਿ ਕੈਨੇਡਾ ਛੱਡ ਕੇ, ਕੈਨੇਡਾ 'ਚ ਪਾਇਲਟ ਸੀ, ਲੱਖਾਂ ਰੁਪਏ ਤਨਖਾਹ ਸੀ, ਤੁਸੀਂ ਵਾਪਸ ਆ ਜਾਂਦੇ ਹੋ। ਕੈਨੇਡਾ ਵਿੱਚ ਹੋਰ ਵੀ ਪੰਜਾਬੀ ਰਹਿੰਦੇ ਨੇ, ਲੋਕੀ ਤਾਂ ਇਸ ਪਾਸੋਂ ਉੱਧਰ ਜਾਣਾ ਚਾਹੁੰਦੇ ਨੇ, ਤਰਸਦੇ ਨੇ ਇਸ ਪਾਸੋਂ, ਹੱਥਾਂ ਪਾਸਪੋਰਟ ਵੀ ਬੜੀ ਤਾਦਾਦ ਵਿੱਚ ਬਣਦੇ ਨੇ ਵੀ ਸਾਨੂੰ ਵੀਜ਼ਾ ਮਿਲ ਜੇ, ਅਸੀਂ ਕੈਨੇਡਾ ਵਿੱਚ ਸੈੱਟ ਹੋ ਜਾਈਏ, ਬਾਹਰ ਸੈੱਟ ਹੋ ਜਾਈਏ। ਤੁਸੀਂ ਬਜ਼ੁਰਗਾਂ ਦੇ ਇਸ ਜਗ੍ਹਾ ਤੇ ਆਏ ਹੋ ਵੀ ਜੋ ਤੁਹਾਡਾ ਇੱਕ ਵਿਰਸਾ ਸੀ ਜਾਂ ਬਜ਼ੁਰਗ ਇੱਥੇ ਰਹਿ ਕੇ ਗਏ ਸੀ, ਛੱਡਣਾ ਨਹੀਂ ਚਾਹੁੰਦੇ ਸੀ। ਕਾਰਨ ਕੀ ਤੁਸੀਂ ਮੰਨਿਆ ਵੀ ਕਿਉਂ ਜਾਣਾ ਚਾਹੀਦਾ? ਆਪਾਂ ਦੇਖਿਆ ਵੀ ਪੰਜਾਬ ਦੇ ਲੋਕ ਇੱਧਰੋਂ ਛੱਡ ਕੇ ਉਸ ਪਾਸੇ ਜਾਂਦੇ ਨੇ, ਪਰ ਤੁਸੀਂ ਉੱਧਰ ਇਸ ਪਾਸੇ ਆ ਗਏ, ਤੁਸੀਂ ਕੀ ਕਾਰਨ ਮੰਨਿਆ? ਬਜ਼ੁਰਗ ਤੁਹਾਡੇ ਇੱਥੇ ਰਹਿੰਦੇ ਸੀ, ਇੱਕ ਤਾਂ ਹੁੰਦਾ ਪੈਸੇ ਦਾ ਲਾਲਚ, ਆਪਾਂ ਦੇਖਦੇ ਹਾਂ ਕਈ ਪੈਸੇ ਕਮਾਉਣ ਵੀ ਜਾਂਦੇ ਨੇ, ਠੀਕ ਹੈ, ਕੋਈ ਵਿਅਕਤੀ ਜਾਂਦਾ, ਕਿਸੇ ਦੀ ਮਜਬੂਰੀ ਵੀ ਹੁੰਦੀ ਆ, ਪਰ ਭਾਰੀ ਤਾਦਾਦ ਵਿੱਚ ਪੰਜਾਬ ਦੇ ਲੋਕ ਜਾਂਦੇ ਨੇ। ਪੈਸੇ ਨੂੰ ਛੱਡਣਾ ਕਹਿੰਦੇ ਸੌਖਾ ਨਹੀਂ ਹੁੰਦਾ, ਤੁਸੀਂ ਇਹ ਵੀ ਛੱਡ ਕੇ ਇੱਥੇ ਆਏ ਹੋ, ਅੱਜ ਆਪਣੇ ਹੱਥਾਂ ਨਾਲ ਕੰਮ ਕਰ ਰਹੇ ਹੋ, ਕੀ ਕਾਰਨ ਮੰਨਦੇ ਹੋ ਜੋ ਪੰਜਾਬ ਦੇ ਨੌਜਵਾਨ ਇਸ ਪਾਸੇ ਉੱਧਰ ਜਾਂਦੇ ਨੇ, ਉਹ ਕੀ ਕਾਰਨ ਮੰਨਦੇ ਹੋ? ਜੀ ਮੇਰਾ ਆਈ ਥਿੰਕ ਬਚਪਨ ਤੋਂ ਹੀ ਮੈਂ ਥੋੜ੍ਹਾ ਜਿਹਾ ਡਿਫਰੈਂਟ ਸੌਰਟ ਆਫ ਬॉय ਸੀਗਾ। ਮੇਰਾ ਇਹ ਸੀਗਾ ਮੈਂ ਆਲਵੇਜ਼ ਅਗੇਂਸਟ ਦ ਕਰੰਟ, ਮੇਰੀ ਆਦਤ ਹੈਗੀ ਕਿ ਯੂ ਨੋ ਤੁਸੀਂ ਭੇਡ ਚਾਲ 'ਚ ਨਹੀਂ ਕਰਨਾ ਕੰਮ, ਤੁਸੀਂ ਕੁਝ ਅਲੱਗ ਕੰਮ ਕਰੋ, ਕਿਉਂਕਿ ਅਗਰ ਪੂਰੀ ਦੁਨੀਆ ਹੀ ਭੇਡ ਚਾਲ 'ਚ ਕਰੂਗੀ ਕੰਮ, ਫਿਰ ਉਹਦਾ ਸਵਾਦ ਨਹੀਂ ਆਉਂਦਾ ਹੈ। ਅਤੇ ਮੈਂ ਇੱਦਾਂ ਦਾ ਹੀ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਹਰ ਵਾਰੀ ਆਈ ਵੁੱਡ ਟੇਕ ਮੈਂ ਸਟੈਪਸ ਲੈਂਦਾ ਸੀ ਜੋ ਵਿਚ ਵਰ ਫॉर ਗੁੱਡ ਬਟ ਵੈਰੀ ਹਾਰਡ ਸਟੈਪਸ ਵਿਚ ਵੁੱਡ ਬ੍ਰਿੰਗ ਅ ਚੇਂਜ। ਅਤੇ ਮੈਨੂੰ ਇਹੀ ਸੀਗਾ, ਇਨਫੈਕਟ ਜਦ ਮੈਂ ਕੈਨੇਡਾ ਤੋਂ ਵਾਪਸ ਆ ਰਿਹਾ ਸੀ, ਈਵਨ ਸਮ ਆਫ ਮਾਈ ਫੈਮਿਲੀ ਫੈਲਟ ਦੈਟ ਯੂ ਨੋ ਇਸ ਮੇਬੀ ਇਟ ਇਜ਼ ਨਾਟ ਦ ਬੈਸਟ ਡਿਸੀਜਨ, ਤੁਹਾਡਾ ਫਿਊਚਰ ਉੱਥੇ ਇੰਨਾ ਵਧੀਆ ਬਣ ਸਕਦਾ ਹੈ, ਤੁਸੀਂ ਕਿੱਥੇ ਪੰਜਾਬ 'ਚ ਪਿੰਡ 'ਚ ਆ ਕੇ, ਰੋਪੜ ਡਿਸਟ੍ਰਿਕਟ ਉਸ ਟਾਈਮ ਸੀਗੀ ਜੋ ਮੋਹਾਲੀ ਡਿਸਟ੍ਰਿਕਟ ਹੁਣੇ ਕੁਝ ਸਾਲ ਪਹਿਲਾਂ ਹੀ ਬਣੀ ਸੀ, ਉੱਥੇ ਆ ਕੇ ਯੰਗ ਬॉय ਜਿਹਦੀ ਇੰਨੀ ਪੋਟੈਂਸ਼ੀਅਲ ਹੈਗੀ। ਬਟ ਆਈ ਫੈਲਟ ਲੁੱਕ ਮੈਨੂੰ ਆਈ ਐਮ ਗੋਇੰਗ ਟੂ ਗੋ ਅਗੇਂਸਟ ਦ ਕਰੰਟ, ਮੈਂ ਭੇਡ ਚਾਲ 'ਚ ਨਹੀਂ ਜਾਣਾ। ਅਤੇ ਇੱਥੇ ਆ ਕੇ ਪਹਿਲੀ ਚੀਜ਼ ਤਾਂ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਸੀਗਾ, ਮੇਰੇ ਫਾਦਰ ਸਾਹਿਬ ਦਾ ਵੀ ਉਹੀ ਸੰਸਕਾਰ ਹੈਗੇ। ਹੀ ਸੈਡ ਪੈਸਾ ਪੂਰੀ ਦੁਨੀਆ ਕੋਲ ਹੁੰਦਾ ਹੈ, ਪਰ ਜੋ ਤੁਹਾਡੇ ਉੱਤੇ ਤੁਹਾਡੀ ਕਲਾਸ ਹੁੰਦੀ ਹੈ, ਤੁਹਾਡੀ ਵੇ ਆਫ ਲਿਵਿੰਗ, ਉਹ ਪੈਸੇ ਨਾਲ ਨਹੀਂ ਆਉਂਦਾ ਹੈ। ਲੋਕਾਂ ਕੋਲ ਕਰੋੜਾਂ ਪੈਸਾ ਹੈਗਾ, ਪਰ ਯੂ ਨੋ ਦੈਟ ਕਲਾਸ, ਦੈਟ ਸਟੈਂਡਰਡ, ਸੋਫਿਸਟੀਕੇਸ਼ਨ, ਤੁਹਾਡੀ ਤਹਿਜ਼ੀਬ, ਉਹ ਸਾਰਾ ਤੁਹਾਡੇ ਐਕਸਪੀਰੀਅੰਸ ਨਾਲ ਆਉਂਦਾ ਹੈ। ਤਾਂ ਤੁਸੀਂ ਵਧੀਆ ਕੰਮ ਕਰੋ, ਜਿੱਥੇ ਇੰਨਾ ਵਧੀਆ ਕੰਮ ਕਰੋ ਕਿ ਰੱਬ ਵੀ ਝੁੱਕ ਕੇ ਤੁਹਾਨੂੰ ਸਲਾਮ ਕਰੇ, ਪੈਸਾ ਆਟੋਮੈਟਿਕਲੀ ਤੁਹਾਡੀ ਜ਼ਿੰਦਗੀ 'ਚ ਆਊਗਾ। ਅੱਛਾ, ਤੁਸੀਂ ਪੈਸੇ ਦੀ ਗੱਲ ਕੀਤੀ ਹੈ, ਕੀ ਪੈਸਾ ਅਹਿਮ ਰੱਖਦਾ? ਤੁਸੀਂ ਪੂਰੀ ਦੁਨੀਆ ਘੁੰਮੀ ਜਾ ਕੇ, ਪੈਸਾ ਵੀ ਕਮਾ ਕੇ ਦੇਖਿਆ, ਕੀ ਤੁਹਾਡੀ ਜ਼ਿੰਦਗੀ ਵਿੱਚ ਪੈਸਾ ਅਹਿਮ ਰੱਖਦਾ ਵੀ ਪੈਸਾ ਮੁੱਖ ਹੈ? ਸੀ ਪੈਸਾ ਇੰਪੋਰਟੈਂਟ ਹੈਗਾ ਬਿਲਕੁਲ। ਅੱਜ ਦੀ ਡੇਟ 'ਚ ਅਨਫੋਰਚੂਨੇਟਲੀ ਸਾਡੀ ਸਾਰੀ ਦੁਨੀਆ ਕਮਰਸ਼ੀਅਲਾਈਜ਼ ਹੋ ਗਈ ਹੈ, ਪੈਸੇ ਦੇ ਬਿਨਾਂ ਬੰਦਾ ਕੀ ਕੁਝ ਨਹੀਂ ਕਰ ਸਕਦਾ ਹੈ, ਔਰ ਦੈਟ ਇਜ਼ ਦ ਹਾਰਡ ਰਿਐਲਿਟੀ, ਦ ਫੈਕਟ ਆਫ ਲਾਈਫ। ਪਰ ਉਹ ਸਾਨੂੰ ਬਿਲਕੁਲ ਸਮਝਣਾ ਚਾਹੀਦਾ ਹੈ ਕਿ ਦੈਟ ਇਜ਼ ਨਾਟ ਦੀ ਐਂਡ ਆਫ ਦ ਵਰਲਡ। ਹੁਣ ਇੱਥੇ ਵੀ ਜ਼ਮੀਨਾਂ ਕਰੋੜਾਂ ਦੀ ਹੋ ਗਈ ਹੈ, ਬਹੁਤ ਲੋਕ ਆਪਣੀ ਜ਼ਮੀਨਾਂ ਨੂੰ ਵੇਚ ਦਿੱਤਾ ਹੈ, ਪਰ ਇਹ ਤੁਸੀਂ ਸਵਾਲ ਪੁੱਛਣਾ ਹੈ ਕਿ ਲੋਕ ਖੁਸ਼ ਹੈਗੇ? ਖੁਸ਼ੀ ਸਿਰਫ ਪੈਸੇ ਨਾਲ ਨਹੀਂ ਆਉਂਦੀ, ਖੁਸ਼ੀ ਆਲਸੋ ਆਉਂਦੀ ਹੈ ਜੋ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਪੈਸ਼ਨ ਹੋਵੇ, ਤੁਸੀਂ ਸੁਸਾਇਟੀ ਦੇ ਲਈ ਕੁਝ ਵਧੀਆ ਕੰਮ ਕਰੋ, ਉਹਦੇ ਨਾਲ ਜੋ ਸੈਟਿਸਫੈਕਸ਼ਨ ਮਿਲਦੀ ਹੈ ਉਹ ਤੁਹਾਨੂੰ ਪੈਸਾ ਨਹੀਂ ਲਾਊਗੀ। ਰਿਸੈਪਸ਼ਨ 'ਤੇ ਮੈਂ ਕਹਾਂਗਾ ਤੁਹਾਡੇ ਪਿਤਾ ਜੀ ਦੀ, ਤੁਹਾਡੀ ਫੈਮਿਲੀ ਦੀਆਂ ਪਿਕਚਰ ਵੀ ਹੈਗੀਆਂ ਨੇ, ਉਹ ਜ਼ਰੂਰ ਦਿਖਾਓ ਵੀ ਉਹ ਪਿਕਚਰ, ਜੋ ਤੁਹਾਡੇ ਪਿਤਾ ਜੀ ਕਿਹੜੀ ਜੋਬ ਕਰਦੇ ਸੀ। ਲੈਫਟ ਹੈਂਡ ਸਾਈਡ ਤੋਂ ਆਪਾਂ ਸ਼ੁਰੂ ਕਰੀਏ, ਫਸਟ ਪਿਕਚਰ ਤੋਂ। ਯੈਸ ਲੈਫਟ ਹੈਂਡ ਸਾਈਡ ਐਕਸਟ੍ਰੀਮ ਟੌਪ ਇਜ਼ ਮੇਰੀ ਮਦਰ ਸਾਹਿਬ ਐਂਡ ਉਹਨਾਂ ਦੀ ਮੇਰੀ ਮਾਸੀ ਹੈਗੀ, ਉਹਨਾਂ ਦੇ ਨਾਲ ਮੇਰੇ ਦਾਦਾ ਜੀ ਹੈਗੇ ਸਰਦਾਰ ਜੇ ਸਿੰਘ ਅਤੇ ਮਾਈ ਗ੍ਰੈਂਡ ਮਦਰ, ਅਤੇ ਉਹ ਮੇਰੇ ਪਿਤਾ ਜੀ ਦੀ ਬਚਪਨ ਦੀ ਫੋਟੋ ਹੈਗੀ। ਔਰ ਫਿਰ ਦਾਦਾ ਜੀ ਦੀ, ਫਿਰ ਪਿਤਾ ਜੀ ਦੀ ਥੱਲੇ, ਫਿਰ ਉਹਨਾਂ ਦੀ ਪਿਤਾ ਜੀ ਦੀ ਲਾਲ ਬਹਾਦਰ ਸ਼ਾਸਤਰੀ ਅਕੈਡਮੀ 'ਚ ਜਿੱਥੇ ਉਹ ਡਾਇਰੈਕਟਰ ਸੀਗੇ,
ਉਹਨਾਂ ਨੇ ਕਾਫੀ ਉੱਥੇ ਮਿਹਨਤ ਕੀਤੀ ਕਿ ਇੰਟਰਨੈਸ਼ਨਲ ਸਟੈਂਡਰਡ ਦਾ ਹੋਵੇ ਟ੍ਰੇਨਿੰਗ ਅਕੈਡਮੀ ਆਈਐਸ ਅਫਸਰਾਂ ਦੇ ਲਈ। ਤੇ ਉਹਨਾਂ ਨੇ ਬਹੁਤ ਇਨਫੈਕਟ ਉਹਨਾਂ ਨੂੰ ਦੇਖ ਕੇ ਮੈਨੂੰ ਸਾਰੀ ਇਨਸਪੀਰੇਸ਼ਨ ਮਿਲੀ ਹੈ, ਕਿਉਂਕਿ ਉਹਨਾਂ ਨੇ ਜਿੱਦਾਂ ਉਹ ਅਕੈਡਮੀ ਨੂੰ ਇੰਟਰਨੈਸ਼ਨਲ ਸਟੈਂਡਰਡ ਬਣਾਇਆ ਹੈਗਾ, ਮੈਂ ਉੱਥੇ ਹੀ ਸੀਗਾ ਆਫ ਐਂਡ ਔਨ ਇਨ ਮਸੂਰੀ, ਤੇ ਉਹਨੂੰ ਦੇਖ ਕੇ ਜਿੱਦਾਂ ਉਹਨਾਂ ਦਾ ਕੰਮ ਕਰਨ ਦਾ ਵਸੂਲ ਸੀਗਾ ਵਿਦ ਆਲ ਓਨੈਸਟੀ ਹਾਰਡ ਵਰਕ ਡੇ ਇਨ ਐਂਡ ਡੇ ਆਊਟ, ਮੈਨੂੰ ਬਹੁਤ ਇਨਸਪੀਰੇਸ਼ਨ ਮਿਲੀ। ਤੇ ਇਹ ਸਾਰੀ ਪਿਕਚਰਾਂ ਨਾਲ ਮੈਨੂੰ ਬਹੁਤ ਇਨਸਪੀਰੇਸ਼ਨ ਮਿਲਦੀ, ਕਿਉਂਕਿ ਸਾਡੇ ਬਜ਼ੁਰਗ ਇੱਥੇ ਹੈਗੇ, ਮੇਰੇ ਫਾਦਰ ਸਾਹਿਬ ਇੱਥੇ ਹੈਗੇ, ਮੇਰੀ ਮਦਰ ਹੈਗੀ, ਮੇਰੀ ਦਾਦੀ ਜੀ ਹੈਗੀ, ਉਹਨਾਂ ਨੂੰ ਮੈਂ ਕਿੱਦਾਂ ਭੁੱਲ ਸਕਦਾ ਹਾਂ। They are the highlights of my family, and they are the biggest inspiration I've got and the biggest blessing. ਤੁਹਾਡੇ ਪਿਤਾ ਜੀ ਵੀ ਆਈਪੀਐਸ ਆਫੀਸਰ ਸਨ? My father was an IAS officer. My father's elder brother was an IPS officer. ਅੱਛਾ, ਤੁਹਾਡੇ ਘਰ 'ਚ ਕਿੰਨੇ ਆਈਪੀਐਸ ਤੇ ਕਿੰਨੇ ਆਈਏਐਸ ਆਫੀਸਰ ਨੇ? So amongst my immediate family, it is my father in the IAS and his elder brother in the IPS. ਜਿਵੇਂ ਹੁਣ ਮੈਂ ਜ਼ਿਕਰ ਕੀਤਾ ਸ਼ਿਵਾਜ ਜੀ, ਤੁਸੀਂ ਵੀ ਐਗਜ਼ਾਮ ਦੇਣਾ ਚਾਹੁੰਦੇ ਸੀ, ਬਾਅਦ ਤੁਸੀਂ ਡ੍ਰੌਪ ਕਰਤਾ ਵੀ ਨਹੀਂ, ਨਾ ਤੁਸੀਂ ਆਈਪੀਐਸ ਬਣਨਾ ਨਾ ਆਈਏਐਸ ਆਫੀਸਰ ਬਣਨਾ। ਕਾਰਨ ਕੀ ਸੀ, ਤੁਸੀਂ ਕਿਉਂ ਨਹੀਂ ਐਗਜ਼ਾਮ ਦਿੱਤੇ? ਜੀ ਮੇਰਾ ਜਿੱਦਾਂ ਮੈਂ ਤੁਹਾਨੂੰ ਬਤਾ ਰਿਹਾ ਸੀ, ਮੇਰਾ ਪਹਿਲਾਂ ਤੋਂ ਹੀ ਮਾਈਂਡ ਸੀਗਾ ਕਿ ਮੈਂ ਜਿੱਥੇ ਵੀ ਜਾਵਾਂ ਮੈਂ ਆਈ ਨੀਡ ਟੂ ਸੈਟ ਦ ਸਿਸਟਮ ਰਾਈਟ। ਇਹ ਬਚਪਨ ਸੀਗਾ ਕਿ ਆਪਾਂ ਜਿੱਥੇ ਵੀ ਠੱਗੀ ਪੰਤੀ ਹੋਵੇ ਉਹ ਆਪਾਂ ਖ਼ਤਮ ਕਰਨਾ ਹੈ, ਤੇ ਸਹੀ ਵਸੂਲ ਸਹੀ ਸੰਸਕਾਰ ਸਾਨੂੰ ਇੰਪਲੀਮੈਂਟ ਕਰਨੇ ਹੈ ਉਸ ਇਲਾਕੇ 'ਚ। ਤੇ ਮੇਰਾ ਇਹ ਸੀਗਾ ਕਿ ਨਥਿੰਗ ਲਾਈਕ ਦ ਪੁਲਿਸ ਵਿੱਚ ਘੁਸ ਕੇ ਉੱਦਾਂ ਹੀ ਆਈ ਥਿੰਕ ਸਾਡੀ ਜੋ ਹੈਗੀ ਜੱਟਾਂ ਦਾ ਨਾਰਮਲੀ ਫੋਰਸਿਸ, ਚਾਹੇ ਆਰਮੀ ਹੋਵੇ ਚਾਹੇ ਪੁਲਿਸ ਹੋਵੇ, ਆਪਾਂ ਸਾਡੀ ਪਰਫਾਰਮੈਂਸ ਵਧੀਆ ਰਹਿੰਦੀ ਹੈ। ਤੇ ਆਈ ਵਾਸ ਕੀਨ ਟੂ ਜੁਆਇਨ ਦ ਪੁਲਿਸ, ਦੀ ਆਈਪੀਐਸ ਸਪੈਸੀਫਿਕਲੀ, ਔਰ ਦੀ ਇੰਡੀਅਨ ਆਰਮੀ, ਬਟ ਉੱਦਾਂ ਦੇ ਆਫਟਰ ਡੂਨ ਸਕੂਲ, ਜਿੱਦਾਂ ਸਕੂਲ ਦੀ ਟ੍ਰੇਨਿੰਗ ਉੱਥੇ ਪੜ੍ਹ ਕੇ ਮੈਨੂੰ ਲੱਗਾ ਕਿ ਪਹਿਲਾਂ ਆਪਾਂ ਵਧੀਆ ਪੈਸੇ ਬਣਾਏ ਐਂਡ ਬਾਅਦ 'ਚ ਕ੍ਰੀਏਟ ਮਾਈ ਓਨ ਸਿਸਟਮ। ਸੋ ਫਿਰ ਮੈਂ ਉਹ ਥਾਟ ਪ੍ਰੋਸੈਸ ਆਫ ਆਈਪੀਐਸ ਥੋੜ੍ਹਾ ਪਿੱਛੇ ਛੋੜ ਦਿੱਤਾ, ਐਂਡ ਮੈਨੂੰ ਲੱਗਾ ਤੁਸੀਂ ਇਹ ਵੀ ਕਹਿੰਦੇ ਸੀ ਕਿ ਮੈਂ ਸੈੱਟ ਨਹੀਂ ਆਉਂਦਾ ਪੁਲਿਸ ਆਫੀਸਰ, ਆਈਪੀਐਸ ਜੇ ਬਣ ਵੀ ਜਾਂਦੇ ਹੋ ਤੁਸੀਂ ਸਿਸਟਮ 'ਚ ਸੈੱਟ ਕਿਵੇਂ ਨਹੀਂ ਹੋਵੋਗੇ? That is an interesting question because ਜੀ I think I am a very bold person. ਮੈਂ ਜੋ ਵੀ ਗੱਲ ਹੈ ਮੈਂ ਮੂੰਹ ਦੇ ਉੱਤੇ ਬੋਲਦਾ ਹਾਂ, ਤੇ I think in these services to some extent you have to be a little more diplomatic, especially all kind of officers. There are very good officers in this service. Maybe it was not the right time for me to get in. And but yes, these services do a lot, for the public they do a lot of good work. There are amazing officers, but I have no regrets. Mainu koi regret nahi hega कि it was just that मेरी environment sigi of lot of bureaucrats around all the time, and I used to look up to them. जिथे मेरे father साहब is an officer, his brother is an officer, so normal tendency है कि तुसी भी कुछ इस line ची जाओ. So I respect all these officers, but मेरा nature थोड़ा अलग जाए. I am a very bold guy. जिद्दां मैं घोड़ा भी दौड़ांदा हूँ, it is in a slightly I would say in a slightly aggressive way, fast way. मैं current day against जाता हूँ, मैं भेड़ चाल नाल में नहीं जानता, तो मेरा nature is a little different. So maybe it was not the best time for me or the best service to get into for me as in person, but they are excellent services. ਉਹਦੇ ਦੀ ਗੱਲ ਕਰਨੇ ਆ, ਤੁਹਾਡਾ ਫਾਰਮ ਹਾਊਸ ਘੁੰਮ ਕੇ ਦੇਖਿਆ ਤੁਸੀਂ, ਹੁਣ ਜਿਵੇਂ ਜ਼ਿਕਰ ਕਰਦੇ ਸੀ ਇੱਕ ਵੀ ਰੁੱਖ ਇੱਥੋਂ ਪੱਟਿਆ ਨਹੀਂ ਗਿਆ, ਇੱਕ ਵੀ ਦਰਖਤ ਤੁਸੀਂ ਇਹਦੇ ਪੱਟਿਆ ਨਹੀਂ ਹੋ, ਨੇਚਰ ਨਾਲ ਵੀ ਪਿਆਰ ਕਰਨੇ ਹੋ। ਇੱਕ ਹੋਰ ਸਵਾਲ ਵੀ ਆ ਜਾਂਦਾ ਕਿ ਕੁਦਰਤ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਤੁਸੀਂ ਹੁਣ ਜ਼ਮੀਨ ਦੇ ਉੱਤੇ ਵੀ ਵਹਾਈ ਆਪ ਕਰਨੇ ਹੋ, ਜੀਰੀ ਲਗਾਉਂਦੇ ਹੋ, ਤੇ ਸਾਂਭ ਸੰਭਾਲ ਕਿਵੇਂ ਕਰ ਲੈਂਦੇ ਹੋ? ਜਿਵੇਂ ਤੁਸੀਂ ਵੀ ਹੁਣ ਜ਼ਿਕਰ ਕਰਦੇ ਸੀ, ਤੁਸੀਂ ਸੁਬਾਹ ਉੱਠਦੇ ਹੋ ਵੀ ਆਪ ਹੀ ਪੋਚੇ ਘਰੇ ਲਾਉਣ ਲੱਗ ਪੈਂਦੇ ਹੋ, ਝਾੜੂ ਵੀ ਆਪ ਹੀ ਲਗਾਉਂਦੇ ਹੋ, ਜੇ ਡਰਾਈਵ ਵੀ ਆਪ ਹੀ ਕਰ ਲੈਂਦੇ ਹੋ। ਬਿਲਕੁਲ ਮੈਨੂੰ ਅੱਜ ਤੱਕ ਕਦੀ, ਐਂਡ ਆਈ ਹੋਪ ਇੰਡੀਆ 'ਚ ਇਹ ਚੀਜ਼ ਲੋਕਾਂ ਨੂੰ ਇਸ ਚੀਜ਼ ਦਾ ਤਜਰਬਾ ਹੋਵੇ, ਦੇ ਫੀਲ ਪ੍ਰਾਊਡ ਅਬਾਊਟ ਸਰਟਨ ਥਿੰਗਸ ਕਿ ਤੁਸੀਂ ਚਾਹੇ ਜਿੰਨੇ ਵੀ ਉੱਚੇ ਪਦ ਵਿੱਚ ਹੋਵੇ, ਤੁਸੀਂ ਚਾਹੇ ਅਫਸਰ ਹੋਵੇ, ਤੁਸੀਂ ਚਾਹੇ ਬਿਲੀਅਨਰ ਹੋਵੇ, ਤੁਸੀਂ ਚਾਹੇ ਸਭ ਤੋਂ ਵੱਡੀਆਂ ਕੰਪਨੀ 'ਚ ਤੁਹਾਡੀ ਪੋਜੀਸ਼ਨ ਹੋਵੇ, ਜੋ ਮੈਂ ਐਕਸਪੀਰੀਅੰਸ ਕੀਤਾ ਹੈ। I was PwC, ਬਹੁਤ ਮਾਨੀ ਜਾਣੀ ਕੰਪਨੀ ਆਲ ਓਵਰ ਦ ਵਰਲਡ, ਪਰ ਕਦੀ ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਹੈ ਝਾੜੂ ਪੋਚਾ ਲਾਉਣ ਤੋਂ, ਕਿਉਂਕਿ ਅਗਰ ਤੁਸੀਂ ਆਪਣਾ ਘਰ ਖੁਦ ਨਹੀਂ ਸਾਫ਼ ਕਰ ਸਕਦੇ ਹੋ ਤੇ ਤੁਸੀਂ ਆਪਣੀ ਜ਼ਿੰਦਗੀ ਕਿੱਦਾਂ ਸਾਫ਼ ਕਰੋਗੇ?
ਪਹਿਲੀ ਚੀਜ਼ ਹੈ ਤੁਸੀਂ ਆਪਣੇ ਘਰ ਨੂੰ ਸਾਫ਼ ਰੱਖੋ ਤੇ ਖੁਦ ਕਰੋ। ਤੁਸੀਂ ਕਾਸਟ ਸਿਸਟਮ ਨੂੰ ਕਿਉਂ ਲਾ ਰਹੇ ਹੋ ਕਿ ਤੁਹਾਡੇ ਘਰ ਦੇ ਅੰਦਰ ਕੋਈ ਹੋਰ ਨੌਕਰ ਹੋਊਗਾ ਜੋ ਤੁਹਾਡੀ ਤੁਹਾਡੇ ਕਮਰੇ ਨੂੰ ਸਾਫ਼ ਕਰੂਗਾ। ਹੁਣ ਪ੍ਰੋਬਲਮ ਇਹ ਹੈ ਕਿ ਸਭ ਨੂੰ ਬਣਨਾ ਹੈ ਰਾਜਾ ਕਿ ਪਰ ਇਸ ਹਰ ਇੱਕ ਬੰਦਾ ਤੇ ਰਾਜਾ ਬਣ ਨਹੀਂ ਸਕਦਾ। ਸਾਡਾ ਇੰਡੀਪੈਂਡੈਂਸ ਕਿੰਨੀ ਸਾਲ ਪਹਿਲੇ ਹੋ ਗਿਆ ਸੀ। ਇਟ ਇਜ਼ ਅ ਰਿਪਬਲਿਕ ਆਫ ਇੰਡੀਆ ਨਾਓ। ਸਾਡਾ ਮਾਈਂਡਸੈਟ ਆਲਸੋ ਮਸਟ ਚੇਂਜ। ਇੰਡੀਆ ਸੱਚ ਅ ਬਿਊਟੀਫੁਲ ਕੰਟਰੀ। ਪੰਜਾਬ ਇੰਨੀ ਵਧੀਆ ਸਟੇਟ ਹੈਗੀ। The people of Punjab, their food, if they get into, a lot of them who are into bodybuilding are amazing people. ਉਹਨਾਂ ਦੇ ਅੰਦਰ ਇੰਨੀ એનર્ਜੀ ਹੈਗੀ। ਪਰ ਪਹਿਲਾਂ ਆਈ ਥਿੰਕ ਵਸੂਲ ਸਾਨੂੰ ਇਹ ਸਿੱਖਣਾ ਚਾਹੀਦਾ ਹੈ, ਜੋ ਮੈਨੂੰ ਲੱਗਦਾ ਹੈ ਅਗਰ ਮੇਰੇ ਅੱਗੇ ਬੱਚੇ ਹੋਣਗੇ ਮੈਂ ਇਹ ਸਿਖਾਉਣਾ ਹੈ ਕਿ ਆਪਣਾ ਚਾਹੇ ਜਿੰਨੇ ਵੀ ਲੈਵਲ ਦਾ ਕੰਮ ਹੋਵੇ ਨੈਵਰ ਸ਼ਾਈ ਅਵੇ। ਤੁਹਾਨੂੰ ਸ਼ਾਈ ਫੀਲ ਨਹੀਂ ਕਰਨਾ ਚਾਹੀਦਾ ਹੈ ਕਿ ਮੈਂ ਇਸ ਲੈਵਲ ਦਾ ਬੰਦਾ ਹੈ, ਮੇਰੇ ਕੋਲ ਕਰੋੜਾਂ ਰੁਪਏ ਆਪਣੇ ਬੈਂਕ ਅਕਾਊਂਟ 'ਚ ਹੈਗੇ, ਜਾਂ ਮੈਂ ਅਫਸਰ ਦਾ ਮੁੰਡਾ ਹੈਗਾ, ਜਾਂ ਮੈਂ ਡੂਨ ਸਕੂਲ ਦਾ ਪੜ੍ਹਿਆ ਹੈਗਾ, ਮੈਂ ਝਾੜੂ ਨਹੀਂ ਲਾ ਸਕਦਾ। ਕਿਉਂ ਨਹੀਂ ਤੁਸੀਂ ਲਾ ਸਕਦੇ ਹੋ? ਵਿਲਾਇਤ ਤੇ ਹਰੇਕ ਬੰਦਾ ਝਾੜੂ ਪੋਛਾ ਖੁਦ ਕਰਦਾ ਹੈ ਤੇ ਤੁਸੀਂ ਇੱਥੇ ਆ ਕੇ ਕਿਉਂ ਨਹੀਂ ਲਾ ਸਕਦੇ ਹੋ? ਆਪਣੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਘਰ 'ਚ ਝਾੜੂ ਖੁਦ ਲਾਓਗੇ, ਤੁਸੀਂ ਹੌਲੀ ਹੌਲੀ ਆਪਣੀ ਰੋਡ ਦੇ ਉੱਤੇ ਵੀ ਲਾਓਗੇ। ਰੋਡ ਦੇ ਉੱਤੇ ਤੁਸੀਂ ਸਫਾਈ ਕਰੋਗੇ, ਤੁਹਾਡਾ ਪਿੰਡ ਦੀ ਵੀ ਤੁਸੀਂ ਖੁਦ ਸਫਾਈ ਕਰੋਗੇ, ਤੁਹਾਡਾ ਸ਼ਹਿਰ ਵੀ ਸਾਫ਼ ਹੋਊਗਾ, ਤੁਹਾਡਾ ਸਾਰਾ ਇਲਾਕਾ ਸਾਫ਼ ਹੋਊਗਾ। ਇਹ ਮਾਈਂਡਸੈਟ ਕਿਤੇ ਤੇ ਸ਼ੁਰੂ ਹੋਣਾ ਹੀ ਹੈ। ਮੈਂ ਜਿੰਨਾ ਵੀ ਆਪਣੀ ਲਾਈਫ ਟਾਈਮ 'ਚ ਕਰ ਸਕਾਂਗਾ ਇੱਥੇ ਮੈਂ ਕਰਾਂਗਾ। ਬਟ ਮੇਰਾ ਤਾਂ ਇਹੀ ਹੈ ਕਿ ਜੋ ਵੀ ਮੇਰਾ ਥਾਟ ਪ੍ਰੋਸੈਸ ਹੈਗਾ ਪਹਿਲਾਂ ਮੈਂ ਖੁਦ ਇੰਪਲੀਮੈਂਟ ਕਰਾਂ, ਫਿਰ ਮੈਂ ਅੱਗੇ ਲੋਕਾਂ ਨੂੰ ਬਤਾ ਸਕਾਂ। ਚਾਹੇ ਉਹ ਖੇਤੀ ਹੋਵੇ ਟਰੈਕਟਰ ਦੇ ਉੱਤੇ, ਚਾਹੇ ਮੈਨੂੰ ਕਦੀ ਆਂਦੀ ਸੀ, ਮੈਂ ਕਦੀ ਟਰੈਕਟਰ ਚਲਾਇਆ ਨਹੀਂ ਸੀ, ਪਰ ਮੈਨੂੰ ਨੋਟ ਡਿਡ ਆਈ ਫੀਲ ਸ਼ਾਇਦ ਲੋਕ ਬੋਲਦੇ ਸੀਗੇ ਤੁਹਾਡੀ ਇੰਨਾ ਵੱਡਾ ਤੁਹਾਡਾ ਘਰ ਹੈਗਾ, ਤੁਹਾਡੇ ਕੋਲ ਨੌਕਰ ਚਾਕਰ ਹੈਗੇ, ਉਹਨਾਂ ਨੂੰ ਬੋਲੋ ਟਰੈਕਟਰ ਨਾਲ ਖੇਤੀ ਕਰੇ। ਮੈਂ ਬੋਲਿਆ ਮੈਂ ਕਿਉਂ ਨਹੀਂ ਕਰਾਂ ਖੇਤੀ? ਉਹ ਦੋਜ਼ ਪੀਪਲ ਆਰ ਜਸਟ ਟੂ ਹੈਲਪ ਮੀ। ਮੇਰੇ ਜੋ ਵਰਕਰਸ ਹੈਗੇ ਦੇ ਆਰ ਐਨ ਐਕਸਟੈਂਡਿੰਗ ਹੈਂਡ। 24 ਘੰਟੇ 'ਚ ਬੰਦਾ 100 ਕੰਮ ਤੇ ਕਰ ਨਹੀਂ ਸਕਦਾ। ਉਹ ਦੂਜੇ ਵਰਕਰ ਆਰ ਜਸਟ ਟੂ ਹੈਲਪ ਮੀ with all their respect, ਉਹਨਾਂ ਦੀ ਡਿਗਨਿਟੀ ਮੇਨਟੇਨ ਰੱਖ ਕੇ। ਪਰ ਐਜ਼ ਮਚ ਐਜ਼ ਵੀ ਕੈਨ ਡੂ ਆਰਸੈਲਵਸ, ਚਾਹੇ ਉਹ ਝਾੜੂ ਹੋਵੇ, ਪੋਛਾ ਹੋਵੇ, ਬਰਤਨ ਸਾਫ਼ ਕਰਨੇ ਹੋਵੇ, ਜੀਰੀ ਲਾਣੀ ਹੋਵੇ, ਟਰੈਕਟਰ ਚਲਾਉਣਾ ਹੋਵੇ, ਚਾਹੇ ਤੁਹਾਨੂੰ ਆਪਣੇ ਪਾਇਲਟ ਦਾ ਐਗਜ਼ਾਮ ਦੇਣਾ ਹੋਵੇ, ਚਾਹੇ ਤੁਹਾਨੂੰ ਕੋਈ ਓਫੀਸ਼ੀਅਲ ਨਾਲ ਬਹਿਣਾ ਹੋਵੇ, ਤੁਹਾਨੂੰ ਹਰੇਕ ਚੀਜ਼ ਦਾ ਤਜਰਬਾ ਹੋਣਾ ਚਾਹੀਦਾ ਹੈ। ਮੈਂ ਇੱਕ ਹੋਰ ਸਵਾਲ ਹੈ, ਤੁਸੀਂ ਪੂਰੀ ਦੁਨੀਆ ਘੁੰਮੀ ਤੇ ਤੁਹਾਨੂੰ ਕਿਹੜੀ ਚੀਜ਼ ਖਿੱਚ ਕੇ ਲੈ ਕੇ ਆ ਗਈ ਪੰਜਾਬ ਦੇ ਵਿੱਚ? ਨਹੀਂ ਵੀ ਪੂਰਾ ਦੁਨੀਆ ਘੁੰਮਣ ਤੋਂ ਬਾਅਦ ਵੀ ਤੁਸੀਂ ਅੱਜ ਕਹਿਣ ਲੱਗ ਪਏ ਵੀ ਨਹੀਂ ਮੈਂ ਤਾਂ ਹੁਣ ਪੰਜਾਬ 'ਚ ਜਾਣਾ, ਨੌਕਰੀ ਵੀ ਛੱਡ ਦਿੱਤੀ ਪਾਇਲਟ ਦੀ। ਅਲਟੀਮੇਟਲੀ ਜਿੱਦਾਂ ਮੈਂ ਤੁਹਾਨੂੰ ਬਤਾਇਆ ਸੀਗਾ ਕਿ ਮੇਰੇ ਬਜ਼ੁਰਗ, ਮੇਰੇ ਦਾਦਾ ਦਾਦੀ ਨਾਲ ਬਹੁਤ ਜ਼ਿਆਦਾ ਪਿਆਰ ਸੀ। ਅੱਜ ਤੱਕ ਮੈਂ ਉਹਨਾਂ ਨੂੰ ਯਾਦ ਰੱਖਦਾ ਅਤੇ ਉਹਨਾਂ ਦਾ ਵੈਲਿਊ ਸਿਸਟਮ ਬਹੁਤ ਹੀ ਤਕੜਾ ਸੀ। ਜੋ ਮੈਂ ਬੋਲ ਰਿਹਾ, ਜੋ ਗੱਲ ਮੈਂ ਬੋਲ ਰਿਹਾ ਹੈ ਉਹ ਮੇਰੇ ਫਾਦਰ ਸਾਹਿਬ ਉਹਨਾਂ ਤੋਂ ਸਿੱਖੇ, ਅੱਗੇ ਮੈਂ ਉਹਨਾਂ ਤੋਂ ਸਿੱਖਿਆ ਹੈ। ਮੇਰੇ ਫਾਦਰ ਸਾਹਿਬ ਐਜ਼ ਬੀਇੰਗ ਐਨ ਆਫਿਸਰ ਉਹ ਖੁਦ ਆਪਣੇ ਲੋਨ ਨੂੰ ਖੁਦ ਮੋਹ ਕਰਦੇ ਸੀ। ਉਹਨਾਂ ਨੂੰ ਕਦੀ ਕਿਸੇ ਵੀ ਚੀਜ਼ ਦੀ ਸ਼ਰਮ ਨਹੀਂ ਆਈ। ਉਹਨਾਂ ਨੇ ਜਦੋਂ DC ਸੀਗੇ, ਉਹ ਡਿਪਟੀ ਕਮਿਸ਼ਨਰ ਆਪਣੇ ਕਰੀਅਰ ਸੀਗੇ, ਮੈਂ ਤਾਂ ਛੋਟਾ ਜਿਹਾ ਬੱਚਾ ਸੀ, ਉਹ ਖੁਦ ਆ ਕੇ ਉਹਨਾਂ ਨੇ ਟਰੈਕਟਰ ਨਾਲ ਬਾਈ ਕੀਤੀ ਹੈ। ਅਗਰ ਉਹ ਇਹ ਸਭ ਕੰਮ ਕਰ ਸਕਦੇ ਹੈ ਤਾਂ ਮੈਨੂੰ ਕੀ ਦਿੱਕਤ ਹੈਗੀ? ਔਰ ਅਗਰ ਮੈਂ ਕਰ ਸਕਦਾ ਹੈ and I can set it as an example, then the whole society can do it. ਤੇ ਇਹ ਸਭ ਚੀਜ਼ ਨੂੰ ਦੇਖ ਕੇ ਸਾਡੇ ਬਜ਼ੁਰਗ ਇੱਥੇ ਸੀਗੇ। ਪੰਜਾਬ ਓਬਵੀਅਸਲੀ ਹੋਮ ਇਜ਼ ਹੋਮ, ਚਾਹੇ ਤੁਸੀਂ ਕਿੱਥੇ ਵੀ ਰਹੇ ਹੋ, ਤੁਹਾਡਾ ਅਲਟੀਮੇਟਲੀ ਤੁਹਾਡਾ ਉੱਥੇ ਯੂ ਕੰਫਰਟ ਲੈਵਲ ਹੈਗਾ। ਚਾਹੇ ਮੈਂ ਘੱਟ ਸਾਲ ਹੀ ਇੱਥੇ ਰਹਾਂ ਹੋ, ਪਰ ਮੇਰਾ ਜੋ ਚਾਈਲਡਹੁੱਡ ਬਚਪਨਾ ਸੀਗਾ, ਮੈਂ ਇੱਥੇ ਆਉਂਦਾ ਸੀ, ਟਿਊਬਵੈਲ ਸੀਗਾ, ਟਰੈਕਟਰ ਸੀਗਾ, ਉਹ ਉੱਦਾਂ ਦਾ ਸਕੂਨ ਤੁਹਾਨੂੰ ਕਿਤੇ ਮਿਲੂਗਾ? ਪੂਰੀ ਦੁਨੀਆ ਘੁੰਮ ਕੇ ਦੇਖੀ ਨਹੀਂ? ਬਿਲਕੁਲ ਨਹੀਂ ਮਿਲਿਆ ਹੈ। ਆਈ ਮੀਨ ਅਦਰ ਪਲੇਸਿਸ ਆਰ ਬਿਊਟੀਫੁਲ। ਇਟਲੀ ਬਹੁਤ ਸੋਹਣੀ ਜਗ੍ਹਾ ਹੈਗੀ। ਦੇਰ ਇਜ਼ ਵੈਂਕੂਵਰ ਬਹੁਤ ਸੁੰਦਰ ਹੈ, ਬ੍ਰਿਟਿਸ਼ ਕੋਲੰਬੀਆ ਬਹੁਤ ਸੁੰਦਰ ਹੈ, ਵਾਸ਼ਿੰਗਟਨ ਸਟੇਟ, ਸਿਐਟਲ, ਦੇ ਆਰ ਬਿਊਟੀਫੁਲ। ਉਹਨਾਂ ਦੀ ਆਪਣੀ ਆਈਡੈਂਟੀਟੀ ਹੈਗੀ। ਬਟ ਅਲਟੀਮੇਟਲੀ ਅਗਰ ਤੁਸੀਂ ਜਿੱਥੇ ਤੁਹਾਡਾ ਕੰਫਰਟ ਲੈਵਲ ਹੈਗਾ, ਜਿੱਥੇ ਤੁਹਾਡਾ ਬਚਪਨ ਸੀਗਾ, ਉੱਥੇ ਆ ਕੇ ਅਗਰ ਤੁਸੀਂ ਕੁਛ ਡਿਵੈਲਪ ਕਰਕੇ ਉਸ ਜਗ੍ਹਾ ਨੂੰ ਵੀ ਉੱਚਾ ਲੈ ਕੇ ਜਾ ਸਕਦੇ ਹੋ, ਜਿੱਦਾਂ ਸਿਐਟਲ ਹੋਵੇ, ਜਿੱਦਾਂ ਵੈਂਕੂਵਰ ਹੋਵੇ, ਉਹ ਤਾਂ ਸਾਨੂੰ ਹੀ ਕਰਨਾ ਹੈ। ਹੋਰ ਕੋਈ ਬਾਹਰ ਤੋਂ ਤਾਂ ਬੰਦਾ ਆ ਕੇ ਨਹੀਂ ਕਰੂਗਾ। ਅਤੇ ਉਹ ਕੌਣ ਲੋਕ ਹੈ ਜਿਨ੍ਹਾਂ ਨੇ ਆ ਕੇ ਇਸ ਜਗ੍ਹਾ ਨੂੰ ਅਪਲਿਫਟ ਕਰਨਾ? ਉਹ ਸਾਡੇ ਜਿੱਦਾਂ ਲੋਕ ਹੈ ਜਿਨ੍ਹਾਂ ਨੇ ਆ ਕੇ with all confidence, lots of hurdles I have faced, but I am personally I have grown above them.
ਜਿਹੜੇ ਨੌਜਵਾਨ ਬਾਹਰ ਚਲੇ ਗਏ ਨੇ, ਬਾਹਰ ਜਾਂਦੇ ਨੇ, ਠੀਕ ਹੈ, ਮੈਂ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ, ਕਿਸੇ ਦੀ ਮਜਬੂਰੀ ਹੁੰਦੀ ਹੈ, ਕਿਸੇ ਦੇ ਫੈਮਿਲੀ ਪਰਿਵਾਰ ਬਾਹਰ ਹੁੰਦਾ, ਚਲੇ ਜਾਂਦੇ ਨੇ। ਪਤਾ ਇੱਕ ਭੇਡ ਚਾਲ, ਤੁਸੀਂ ਕਿਹਾ ਵੀ ਮੈਂ ਭੇਡ ਚਾਲ ਪਿੱਛੇ ਨਹੀਂ ਜਾਂਦਾ, ਪਰ ਹੁਣ ਤਾਂ ਭੇਡ ਚਾਲ ਹੀ ਹੈ। ਹੁਣ ਤਾਂ ਸਾਰੇ ਕਹਿੰਦੇ ਸੀ ਬਾਹਰ ਚਲੇ ਜਾਈਏ। ਜੇ ਸਾਰੇ ਬਾਹਰ ਚਲੇ ਗਏ, ਪੰਜਾਬ ਨੂੰ ਸਾਂਭੇਗਾ ਕੌਣ? ਤੁਸੀਂ ਤਾਂ ਬਾਹਰੋਂ ਛੱਡ ਕੇ ਇੱਥੇ ਆ ਗਏ ਹੋ, ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਕਿ ਮੇਨ ਚੀਜ਼ ਹੈਗੀ ਕਿ ਆਪਾਂ ਨੂੰ ਆਪਣੀ ਆਈਡੈਂਟੀਟੀ ਬਣਾਉਣੀ ਚਾਹੀਦੀ ਹੈ। ਅੱਖਾਂ ਖੋਲ ਕੇ ਕੰਨਾਂ ਨਾਲ ਦੇਖਣਾ ਚਾਹੀਦਾ ਹੈ ਕਿ ਸਾਡੇ ਸਰਕਮਸਟੈਂਸਸ ਕੀ ਹੈਗੇ। ਤੁਸੀਂ ਭੇਡ ਚਾਲ ਲੋਕਾਂ ਦੀ ਗੱਲਾਂ 'ਚ ਆ ਕੇ ਕਦੀ ਆਪਣੀ ਅੱਖਾਂ ਬੰਦ ਕਰਕੇ ਨਹੀਂ ਚੀਜ਼ ਕਰਨੀ ਚਾਹੀਦੀ। ਤੁਸੀਂ ਵਿਲੇਜ ਜਾਓਗੇ, ਲਾਈਕ ਦੇ ਸੇ ਅੰਗਰੇਜ਼ੀ 'ਚ ਬਹੁਤ ਬੋਲੀ ਹੈਗੀ, ਦ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦੀ ਅਦਰ ਸਾਈਡ। ਤੁਸੀਂ ਇੱਥੇ ਜਾਓਗੇ ਤੁਹਾਨੂੰ ਘਾਹ ਉੱਥੇ ਹੋਰ ਹਰੀ ਦਿਸੂਗੀ, ਤੁਸੀਂ ਉੱਥੇ ਜਾਓਗੇ ਤੁਹਾਨੂੰ ਫਿਰ ਤੁਹਾਡਾ ਪੰਜਾਬ ਹੋਰ ਹਰਾ ਦਿਸੂਗਾ। ਹੁਣ ਤੁਸੀਂ ਕਿਤੇ ਤੇ ਬਹਿ ਕੇ ਆਪਣੇ ਆਪ ਨੂੰ ਡਿਵੈਲਪ ਕਰਨਾ ਹੈ, ਉਹ ਤੁਸੀਂ ਇੱਥੇ ਹੀ ਕਿਉਂ ਨਾ ਕਰੋ। ਇੱਥੇ ਤੇ ਤੁਹਾਡਾ ਘਰ ਹੈਗਾ, ਤੁਹਾਡੀ ਜ਼ਮੀਨ ਹੈਗੀ, ਤੁਸੀਂ ਆਪਣੀ ਜ਼ਮੀਨਾਂ ਨੂੰ ਨਾ ਵੇਚੋ। ਜ਼ਮੀਨਾਂ ਤੁਸੀਂ ਵੇਚ ਕੇ ਸ਼ਹਿਰ ਜਾ ਰਹੇ ਹੋ, ਉੱਥੇ ਤੁਸੀਂ ਕੋਠੀ ਖਰੀਦੋਗੇ, ਤੁਸੀਂ ਕੋਠੀ 'ਚ ਫਸ ਜਾਓਗੇ। ਤੁਹਾਡੀ ਜ਼ਮੀਨ ਹੈਗੀ, ਖੁੱਲੀ ਜ਼ਮੀਨਾਂ ਹੈਗੀ, ਤੁਸੀਂ ਆਪਣਾ ਜੀਰੀ ਲਾਓ, ਕਣਕ ਲਾਓ, ਸਪੋਰਟ ਸਿਸਟਮ ਲਓ ਸਰਕਾਰ ਤੋਂ, ਡਿਵੈਲਪ ਕਰੋ, ਆਪਣੀ ਬਾਡੀ ਬਿਲਡਿੰਗ ਕਰੋ, ਸਟਰੈਂਥ ਲਾਓ, ਐਲਕੋਹਲ ਨੂੰ ਛੱਡੋ, ਡਰੱਗਸ ਨੂੰ ਛੱਡੋ। ਦੁਨੀਆ ਇੰਨੀ ਸੋਹਣੀ ਹੈਗੀ ਜਿੱਥੇ ਤੁਹਾਡੀ ਹੈਲਥ ਹੋਵੇ, ਤੁਹਾਡੇ ਕੋਲ ਜ਼ਮੀਨ ਹੋਵੇ। ਆਈ ਥਿੰਕ ਪੰਜਾਬ ਦੇ ਲੋਕ ਬਲੈਸਡ ਹੈਗੇ ਕਿ ਸਾਡੇ ਕੋਲ ਇੰਨੀ ਖੂਬਸੂਰਤ ਜ਼ਮੀਨਾਂ ਹੈਗੀ, ਇੰਨਾ ਵਧੀਆ ਸਰੀਰ ਸਾਨੂੰ ਰੱਬ ਨੇ ਦਿੱਤਾ ਹੈਗਾ। ਉਹਨੂੰ ਅਗਰ ਆਪਾਂ ਮੇਨਟੇਨ ਕਰਕੇ ਆਪਣੀ ਜ਼ਮੀਨਾਂ ਦੇ ਉੱਤੇ ਖੁਦ ਖੇਤੀ ਕਰੇ, ਆਈ ਥਿੰਕ ਸਾਡੇ ਨਾਲ ਕਿਸੇ ਵਰਲਡ ਦੇ ਲੋਕਾਂ ਦਾ ਕੋਈ ਮੁਕਾਬਲਾ ਨਹੀਂ ਹੈਗਾ। ਬਿਕਾਜ਼ ਐਜ਼ ਇਟ ਇਜ਼ ਪੰਜਾਬੀਆਂ ਦੀ ਰੱਬ ਨੇ ਉਹਨਾਂ ਨੂੰ ਇੰਨਾ ਵਧੀਆ ਸਰੀਰ ਦਿੱਤਾ ਹੈਗਾ, ਵਧੀਆ ਲੁੱਕਸ ਦਿੱਤੀ ਹੈਗੀ, ਵਧੀਆ ਸਟਰੈਂਥ ਦਿੱਤੀ ਹੈਗੀ। ਵਾਈ ਆਰ ਵੀ ਲੀਵਿੰਗ ਇਟ? ਸਾਨੂੰ ਉਹ ਛੱਡ ਕੇ ਦੂਜੇ ਮੁਲਕ ਜਾ ਕੇ, ਉਹ ਦੂਜੇ ਮੁਲਕ 'ਚ ਤੁਸੀਂ ਕੰਮ ਕਰ ਰਹੇ ਹੋ, ਦੂਜੇ ਮੁਲਕ ਦਾ ਫਾਇਦਾ ਹੋ ਰਿਹਾ ਹੈ ਉੱਥੇ। ਤੁਸੀਂ ਇੱਥੇ ਰਹਿ ਕੇ ਆਪਣੇ ਮੁਲਕ, ਆਪਣੇ ਪ੍ਰਦੇਸ਼, ਆਪਣੀ ਸਟੇਟ, ਆਪਣੀ ਡਿਸਟ੍ਰਿਕਟ ਦਾ ਫਾਇਦਾ ਕਰੋ। ਮੁਸ਼ਕਿਲਾਂ ਆਊਗੀ, ਵਿਲੇਜ ਵੀ ਆਊਗੀ, ਪਰ ਹਰੇਕ ਚੀਜ਼ ਸਿਸਟਮ ਦੇ ਉੱਤੇ ਬਲੇਮ ਕਰਨਾ ਮੈਂ ਨਹੀਂ ਮੰਨਦਾ। ਤੁਹਾਨੂੰ ਸਫਲਤਾ ਚਾਹੀਦੀ, ਤੁਸੀਂ ਲੱਗੇ ਰਹੋ ਪਿੱਛੇ, ਤੁਹਾਡਾ ਰਾਸਤਾ ਨਿਕਲ ਆਊਗਾ। ਅਤੇ ਅਲਟੀਮੇਟਲੀ ਅਗਰ ਤੁਹਾਨੂੰ ਚੇਂਜ ਕਰਨਾ ਹੀ ਹੈ, ਤੁਸੀਂ ਸਿਸਟਮ ਦੇ ਹਿੱਸਾ ਬਣ ਜਾਓ, ਅਤੇ ਹਿੱਸਾ ਬਣ ਕੇ ਉਹ ਯਾਦ ਰੱਖੋ ਜੋ ਤੁਹਾਡੇ ਉੱਤੇ ਬੀਤੀ ਸੀ, ਅਤੇ ਫਿਰ ਤੁਸੀਂ ਸਿਸਟਮ ਨੂੰ ਹੌਲੀ ਹੌਲੀ ਜੋ ਵੀ ਆਪਣੀ ਲਾਈਫ ਟਾਈਮ ਚੇਂਜ ਕਰ ਸਕਦੇ ਹੋ ਉਹਨੂੰ ਚੇਂਜ ਕਰੋ। ਇਹ ਨਹੀਂ ਕਿ ਤੁਸੀਂ ਸਾਰੇ ਦਰਵਾਜ਼ੇ ਬੰਦ ਕਰਕੇ ਜੀ ਚਲੋ ਜੀ, ਦੈਟ ਇਜ਼ ਅ ਸ਼ਾਰਟਕਟ। ਮੈਂ ਨਹੀਂ। ਇਹ ਨੌਜਵਾਨਾਂ ਦੀ ਗੱਲ ਹੋ ਗਈ। ਹੁਣ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਵੀ ਇੱਕ ਜਿੰਨਾ ਮਰਜ਼ੀ ਵੱਡਾ ਕੋਈ ਅਫਸਰ ਬਣ ਜਾਵੇ, ਚਾਹੇ ਕੋਈ ਵੀ ਅਫਸਰ ਬਣ ਜਾਵੇ, ਪਰ ਉਸ ਨੂੰ ਕੰਮ ਆਪ ਖੁਦ ਕਰਨੇ ਚਾਹੀਦੇ ਨੇ। ਬਿਲਕੁਲ। ਪਰ ਹੁਣ ਪੰਜਾਬ ਦੇ ਕਈ ਇਹੋ ਜਿਹੇ ਵੀ ਹੈਗੇ ਨੇ, ਠਾਠ ਬਾਠ ਵਾਲੇ ਹੈਗੇ ਨੇ ਪੰਜਾਬ ਵਿੱਚ, ਕਈ ਪਿੰਡਾਂ ਵਿੱਚ ਝੋਨਾ ਖੁਦ ਨਹੀਂ ਨੌਜਵਾਨ ਲਾ ਕੇ ਰਾਜੀ ਹੈਗੇ। ਉਹ ਵੀ ਅੱਗੇ ਉਹਨਾਂ ਨੇ ਨੌਕਰ ਚੱਕ ਕੇ ਰੱਖੇ ਹੁੰਦੇ ਨੇ, ਤੁਸੀਂ ਤਾਂ ਖੁਦ ਟਰਾਲੀ ਨਾਲ ਜੀਰੀ ਲਗਾਈ ਹੋਈ ਹੈ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਠੀਕ ਹੈ, ਠਾਠ ਬਾਠ ਵੀ ਹੋਣੇ ਚਾਹੀਦੇ ਨੇ, ਪਰ ਖੇਤੀ ਦਾ ਕੰਮ ਤਾਂ ਖੁਦ ਕਰਨਾ ਚਾਹੀਦਾ ਨਾ। ਸ਼ਹਿਰਾਂ 'ਚ ਵੀ ਕੰਮ ਹੈਗੇ ਨੇ, ਸ਼ਹਿਰ ਦੇ ਨੌਜਵਾਨ, ਪਿੰਡ ਦੇ ਨੌਜਵਾਨ ਕਮ ਸੇ ਕਮ ਕੰਮ ਤਾਂ ਆਪਣਾ ਆਪ ਕਰਨ। ਬਿਲਕੁਲ ਜੀ, ਮੈਂ ਤਾਂ ਇਹ ਬੋਲਾਂਗਾ ਤੁਸੀਂ ਜੋ ਵੀ ਕੰਮ ਵਿੱਚ ਪੰਜਾਬੀ ਬੰਦਾ ਜਾਵੇ, ਉੱਦਾਂ ਹੀ ਸਾਡੀ ਪਹਿਲਾਂ ਆਈਡੈਂਟੀਟੀ ਪੰਜਾਬ ਵਾਜ਼ ਰੇਟਡ ਐਜ਼ ਦ ਨੰਬਰ 1 ਸਟੇਟ ਐਟ ਅ ਪੁਆਇੰਟ ਆਫ ਟਾਈਮ। ਸਾਡਾ ਰੈਂਕਿੰਗ ਇਨ ਆਲ ਇੰਡੀਆ ਵਾਜ਼ ਇਨ ਦ ਫਰਸਟ 5 ਸਟੇਟਸ ਫॉर ਅ ਵੈਰੀ ਲੌਂਗ ਟਾਈਮ। ਉਹ ਸਮੇਂ ਕਿਉਂ ਸਾਡੇ ਹੱਥ ਤੋਂ ਨਿਕਲ ਗਿਆ ਹੈ? ਜਿੱਥੇ ਵੀ ਪੰਜਾਬੀ ਬੰਦਾ ਜਾਂਦਾ ਹੈ, ਚਾਹੇ ਉਹ ਆਰਮੀ 'ਚ ਹੋਵੇ, ਚਾਹੇ ਉਹ 에ਅਰਫੋਰਸ 'ਚ ਹੋਵੇ, ਚਾਹੇ ਉਹ ਪੁਲਿਸ ਵਿੱਚ ਹੋਵੇ, ਚਾਹੇ ਕੋਈ ਵੀ ਸਰਵਿਸ ਹੋਵੇ, ਦੇ ਹੈਵ ਆਊਟ ਪਰਫਾਰਮਡ। ਉਹਨਾਂ ਨੇ ਵੰਡਰਫੁਲ ਕੰਮ ਕੀਤਾ ਹੈ। ਅਤੇ ਉਹ ਕੌਨਫੀਡੈਂਸ ਸਾਡੇ ਕੋਲ ਹੋਣਾ ਚਾਹੀਦਾ ਹੈ ਕਿ ਅਗਰ ਸਾਡੇ ਕੋਲ ਇੱਥੇ ਜ਼ਮੀਨ ਹੈਗੀ, ਸਾਡੇ ਕੋਲ ਝੋਨਾ ਲਾਉਣਾ ਹੈ, ਸਾਨੂੰ ਜੀਰੀ ਲਾਉਣੀ ਹੈ, ਜੋ ਵੀ ਸਾਡੇ ਹੱਥ ਵਿੱਚ ਹੈਗਾ ਉਹਨੂੰ ਤੁਸੀਂ ਨਾ ਛੱਡੋ। ਉਹਦੇ ਉੱਤੇ ਇਨ ਅ ਵੈਰੀ ਪੋਜ਼ੀਟਿਵ ਵੇ ਸਟਰੈਂਥ ਪਾ ਕੇ ਉਹਨੂੰ ਇਨ ਦ ਬੈਸਟ ਪੋਸੀਬਲ ਵੇ ਡੂ ਇਟ। ਅਤੇ ਮੇਰਾ ਤਾਂ ਇਹੀ ਮੈਸੇਜ ਹੋਗਾ ਕਿ ਹਰੇਕ ਚੀਜ਼ ਛੱਡ ਕੇ, ਆਪਣੀ ਘਰ ਨੂੰ ਛੱਡ ਕੇ, ਪੰਜਾਬ ਨੂੰ ਛੱਡ ਕੇ ਕੋਈ ਵੀ ਯੂਥ ਨਾ ਜਾਵੇ, ਕਿਉਂਕਿ ਦ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦੀ ਅਦਰ ਸਾਈਡ। ਉਹ ਘਾਹ ਹਰ ਵਾਰੀ ਹਰੀ ਦਿਸੂਗੀ ਦੂਜੇ ਪਾਸੇ। ਅਤੇ ਦੁਨੀਆ ਤਾਂ ਇੱਕ ਹੀ ਹੈ, ਜ਼ਿੰਦਗੀ ਛੋਟੀ ਜਿਹੀ ਹੈਗੀ। ਇੱਥੇ ਬਹਿ ਕੇ ਤੁਸੀਂ ਨਾਲ ਮਿਲ ਕੇ ਸਟੇਟ ਨੂੰ ਵਧੀਆ ਬਣਾਓ, ਸਪੋਰਟ ਦਿਓ, ਸਿਸਟਮ ਨੂੰ ਵੀ ਸਪੋਰਟ ਦਿਓ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈ। ਜਦੋਂ ਮੈਂ ਸਟਾਰਟਿੰਗ ਕਰ ਰਿਹਾ ਸੀ ਇੰਟਰਵਿਊ ਦੀ, ਤੁਸੀਂ ਕਿਹਾ ਕਿ ਮੇਰੀ ਕਾਸਟ ਨਹੀਂ ਦੱਸਣੀ, ਮੈਂ ਹੁਣ ਵੀ ਨਹੀਂ ਦੱਸੂੰਗਾ। ਤੁਸੀਂ ਕਿਹਾ ਕਰਨ ਸਿੰਘ ਦੱਸਣਾ, ਪਿੱਛੇ ਮੇਰੀ ਕਾਸਟ ਨਹੀਂ ਲਗਾਉਣੀ, ਜਾਤ ਨਹੀਂ ਲਗਾਉਣੀ, ਉਹ ਕੀ ਕਾਰਨ ਸੀ? ਜੀ ਮੇਰੇ 1-2 ਹੋਰ ਵੀ ਇੰਟਰਵਿਊ ਹੋਏ ਸੀ, ਉਹਦੇ 'ਚ ਮੈਂ ਇਹ ਵਰਡ ਜੱਟ ਯੂਜ਼ ਕੀਤਾ, ਕਿਉਂਕਿ
I'm proud to be a farmer, and normally the Jat community are farmers. But on the other hand, मैं believe भी नहीं करता कि ਤੁਸੀਂ ਹਰ ਵਾਰੀ community ਨੂੰ use ਕਰੋ, ਕਿਉਂਕਿ ਚਾਹੇ ਜੱਟ ਹੋਵੇ ਚਾਹੇ ਦੂਜੀ ਕਮਿਊਨਿਟੀ ਹੋਵੇ, ਫਰਸਟ ਵੀ ਆਪਾਂ ਸਭ ਹਿਊਮਨ ਬੀਇੰਗਸ ਹੈਗੇ। ਸਾਨੂੰ ਪਹਿਲਾਂ ਆਪਾਂ ਸਿੱਖੇ ਕਿ ਇਨਸਾਨੀਅਤ ਸਾਡੇ ਵਿੱਚ ਆਵੇ ਤੇ ਫਿਰ ਕਮਿਊਨਿਟੀਜ਼ ਦਾ ਆਪਾਂ ਨਾਂ ਲਵੇਂ। ਸੇ ਦੈਟਸ ਵਾਈ ਆਈ ਫੈਲਟ ਕਿ ਮੈਂ ਆਪਣੀ ਕਮਿਊਨਿਟੀ ਕਾਸਟ ਜਾਂ ਆਈ ਡੋਂਟ ਵਾਂਟ ਟੂ ਕੀਪ ਟਾਕਿੰਗ ਅਬਾਊਟ ਮਾਈ ਆਈਡੈਂਟੀਟੀ, ਬਿਕਾਜ਼ ਪਹਿਲਾਂ ਮੈਂ ਵਧੀਆ ਹਿਊਮਨ ਬੀਇੰਗ ਬਣਾ, ਲੈਟ ਮੀ ਰਿਸਪੈਕਟ ਮਾਈ ਪੀਪਲ ਅਰਾਊਂਡ, ਦ ਨੇਚਰ ਅਰਾਊਂਡ, ਡੂ ਸਮ ਗੁੱਡ ਵਰਕ, ਵਧੀਆ ਕੰਮ ਕਰੇ ਆਪਾਂ, ਵਧੀਆ ਇਨਸਾਨੀਅਤ ਤੇ ਸਾਡੇ ਵਿੱਚ ਆਵੇ। ਫਿਰ ਉਹ ਬਾਅਦ 'ਚ ਕਾਸਟ ਕੂਸਟ ਆਈ ਡੋਂਟ ਬਿਲੀਵ ਇਨ ਇਟ। ਉਹ ਮੈਂ ਪਹਿਲਾਂ ਇੰਟਰਵਿਊ 'ਚ ਪਹਿਲਾਂ for my identity I said I am a Jat, but that is a very small statement for me. First I have to be a good human being, humanitarian grounds come first, and I strongly don't, ਮੇਰਾ ਕੋਈ belief ਹੈ ਕਾਸਟ ਸਿਸਟਮ ਦੇ ਉੱਤੇ ਹੈਗਾ ਨਹੀਂ, ਕਿਉਂਕਿ ਇਹ ਕਾਸਟ ਸਿਸਟਮ ਸਾਰਾ ਕੰਪਲਿਕੇਸ਼ਨ ਲਾਉਂਦਾ ਹੈ। ਸਾਨੂੰ ਵੀ ਕਾਸਟ ਸਿਸਟਮ ਛੱਡਣਾ ਚਾਹੀਦਾ ਹੈ। ਪਹਿਲਾਂ ਸਾਡੇ ਕੋਲ ਵਧੀਆ ਸੰਸਕਾਰ ਹੋਵੇ, ਇਨਸਾਨੀਅਤ ਹੋਵੇ, ਤੇ ਆਰ ਵਰਕ ਸ਼ੁੱਡ ਬੀ ਆਰ ਆਈਡੈਂਟੀਟੀ। ਜੋ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਾਲ ਤੁਹਾਡੀ ਆਟੋਮੈਟਿਕਲੀ ਆਈਡੈਂਟੀਟੀ ਬਣਨੀ ਚਾਹੀਦੀ ਹੈ। ਜੀ ਸਾਡੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਕਰਨ ਸਿੰਘ। ਹੁਣੇ ਮੈਂ ਇੰਟਰਵਿਊ ਜਦੋਂ ਸ਼ੁਰੂਆਤ ਕਰਨਾ ਚਾਹੁੰਦਾ ਸੀ ਤਾਂ ਇਹਨਾਂ ਨੇ ਸਾਫ਼ ਮਨਾ ਕਰਤਾ ਵੀ ਕਰਨ ਸਿੰਘ ਬੋਲਣਾ, ਪਿੱਛੇ ਮੇਰੀ ਕੋਈ ਵੀ ਜਾਤ ਕੁਛ ਵੀ ਹੈ ਨਾ ਦੱਸਣੀ ਤੇ ਨਾ ਹੀ ਲਗਾਣੀ। ਪਹਿਲਾਂ ਇੰਟਰਵਿਊ 'ਚ ਇਹਨਾਂ ਨੇ ਕਹਿਤਾ ਸੀ, ਪਰ ਹੁਣ ਤਾਂ ਅੱਗੇ ਕਹਿ ਦਿੰਦੇ ਮੈਂ ਕਦੀ ਵੀ ਇਹ ਗੱਲ ਨਹੀਂ ਕਹੂੰਗਾ। ਇੱਕ ਜੱਟ ਪੱਖੋਂ ਹੈਗੇ ਤਾਂ ਜੱਟ ਨੇ, ਪਰ ਉਸ ਵਿੱਚ ਵੀ ਲੁਕੋ ਕਰਦੇ ਨੇ ਵੀ ਮੈਂ ਜੱਟ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਆ, ਮੈਂ ਇੱਕ ਕਿਸਾਨ ਆ। ਕੋਈ ਵੀ ਵਿਅਕਤੀ ਖੇਤਾਂ ਵਿੱਚ ਜਾ ਕੇ ਵਾਹੀ ਕਰਦਾ ਹੈ ਆਪਣੇ ਖੂਨ ਪਸੀਨੇ ਨਾਲ, ਮਿਹਨਤ ਨਾਲ ਜੇ ਫਸਲ ਉਗਾਉਂਦਾ, ਉਹ ਵੀ ਕਿਸਾਨ ਹੈ। ਤਾਂ ਖੁਦ ਇਹ ਬਾਹਰ ਜੀਰੀ ਲਗਾਈ ਇਹਨਾਂ ਨੇ, ਟਰੈਕਟਰਾਂ ਦੀ ਸੜਕ ਵੀ ਖੁਦ ਇਹਨਾਂ ਨੇ ਬਣਾਈ ਹੈ। ਸਪੋਰਟ ਕਰਨ ਲਈ ਹੋਰ ਵੀ ਇੱਥੇ ਬੰਦੇ ਰੱਖੇ ਹੋਏ ਨੇ, ਪਰ ਆਪਣਾ ਕੰਮ ਖੁਦ ਹੀ ਕਰਕੇ ਰਾਜੀ ਨੇ। ਹੁਣੇ ਮੈਂ ਦੇਖ ਵੀ ਰਿਹਾ ਸੀ ਜਦੋਂ ਐਂਟਰ ਕੀਤਾ ਤਾਂ ਖੁਦ ਪੋਚੇ ਤੇ ਝਾੜੂ ਦੇ ਨਾਲ ਲੱਗੇ ਹੋਏ ਸੀ। ਮੈਂ ਤਾਂ ਸਵਾਲ ਇਹਨਾਂ ਨੂੰ ਕੀਤਾ ਵੀ ਤੁਸੀਂ ਪੋਚੇ ਤੇ ਝਾੜੂ ਕਿਉਂ ਲਗਾ ਰਹੇ ਸੀ, ਤਾਂ ਕਹਿ ਦਿੰਦੇ ਕਿ ਆਪ ਦਾ ਕੰਮ ਖੁਦ ਆਪ ਕਰੋ, ਸਫਾਈ ਖੁਦ ਆਪਦੀ ਆਪ ਕਰੋਗੇ ਤਾਂ ਹੀ ਤੁਸੀਂ ਲੋਕਾਂ ਵਿੱਚ ਜਾ ਕੇ ਸਹੀ ਮੈਸੇਜ ਦੇ ਪਾਓਗੇ। ਪਿਤਾ ਦੀ ਪੁਰਖਿਆਂ ਦੀ ਇਹਨਾਂ ਦੀ ਜਗ੍ਹਾ ਇਹ ਵਾਲੀ, ਦਾਦਾ ਜੀ ਇੱਥੇ ਆਉਂਦੇ ਹੁੰਦੇ ਸਨ ਕੈਨੇਡਾ ਦੇ ਵਿੱਚ, 3 ਤੋਂ 4 ਸਾਲ ਇਹ ਪਾਇਲਟ ਰਹੇ, ਪਰ ਉੱਥੋਂ ਛੱਡ ਕੇ ਇੱਥੇ ਵਾਪਸ ਆ ਗਏ। ਉਹ ਸਕੂਨ, ਪੈਸਾ ਵੀ ਕਮਾਇਆ ਇਹਨਾਂ ਨੇ, ਉਹ ਸਕੂਨ ਤੇ ਪੈਸੇ ਨਾਲ ਨਹੀਂ ਮਿਲਿਆ ਜੋ ਪੰਜਾਬ ਦੀ ਇਸ ਧਰਤੀ ਵਿੱਚ ਆ ਕੇ ਆਪਦੀ ਪੁਰਖਿਆਂ ਦੀ ਜ਼ਮੀਨ ਉੱਤੇ ਆ ਕੇ ਮਿਲਿਆ। ਹੁਣ ਪੰਜਾਬ ਵਿੱਚ ਰਹਿ ਰਹੇ ਨੇ, ਮੋਹਾਲੀ ਵਿੱਚ ਰਹਿ ਰਹੇ ਨੇ, ਤਾਂ ਨਾਲ ਨਾਲ ਫਾਰਮ ਹਾਊਸ ਵੀ ਚਲਾ ਰਹੇ ਨੇ। ਮੈਂ ਕੈਮਰਾਮੈਨ ਨੂੰ ਕਹੂੰਗਾ ਕੁਦਰਤ ਨਾਲ ਬੜਾ ਪਿਆਰ ਕਰਦੇ ਨੇ, ਬੱਤਖਾਂ ਵੀ ਹੈਗੀਆਂ ਨੇ, ਘੋੜੇ ਵੀ ਉਸ ਪਾਸੇ ਹੈਗੇ ਨੇ। ਤਾਂ ਇਸੇ ਜਗ੍ਹਾ ਦੇ ਉੱਤੇ ਫਾਰਮ ਹਾਊਸ ਹੈ, ਇੱਥੇ ਹੀ ਰਹਿੰਦੇ ਨੇ, ਆਪਦਾ ਕੰਮ ਖੁਦ ਆਪ ਕਰਦੇ ਨੇ। ਕਈ ਹੋਰ ਵੀ ਆਪਾਂ ਦੇਖੇ ਸੀ ਪੰਜਾਬ ਦੇ ਵਿੱਚ, ਹੋਰ ਵੀ ਅਫਸਰ ਹੈਗੇ ਨੇ ਜੋ ਖੁਦ ਆਪਣਾ ਕੰਮ ਕਰਨਾ ਪਸੰਦ ਕਰਦੇ ਨੇ। ਤੇ ਇੱਕ ਮੈਸੇਜ ਦਿੱਤਾ ਨੌਜਵਾਨਾਂ ਨੂੰ ਵੀ ਜਿਹੜੇ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ, ਪੰਜਾਬ ਨੂੰ ਹੀ ਵਧੀਆ ਪੰਜਾਬ ਬਣਾਇਆ ਜਾ ਸਕਦਾ ਹੈ। ਹਿੰਮਤ ਨਾ ਹਾਰੋ। ਜੇ ਅੱਜ ਦਿਨ ਮਾੜੇ ਨੇ, ਕੱਲ ਨੂੰ ਚੰਗੇ ਵੀ ਆਉਣਗੇ। ਕਿਸੇ ਸ਼ਾਇਰ ਨੇ ਕਿਹਾ, ऐ दिला करना गिला तेरे ऊपर गम की रात है, ये भी तो दिन बीत जाएंगे, सिर्फ 2-4 दिन की बात है। हिम्मत ना हारो। पंजाब ਵਿੱਚ ਇਹ ਵੀ ਆਏ ਨੇ, ਪੰਜਾਬ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ, ਨੌਜਵਾਨ ਬਣਾ ਸਕਦੇ ਨੇ। ਪੰਜਾਬ ਪਿੰਡ ਵਿੱਚੋਂ ਵੀ ਬਿਹਤਰ ਬਣਾਇਆ ਜਾ ਸਕਦਾ, ਸ਼ਹਿਰਾਂ ਵਿੱਚੋਂ ਵੀ ਬਿਹਤਰ ਬਣਾਇਆ ਜਾ ਸਕਦਾ, ਪਰ ਹਿੰਮਤ ਨਹੀਂ ਹਾਰਨੀ ਚਾਹੀਦੀ। ਆਪਣਾ ਕੰਮ ਖੁਦ ਆਪ ਕਰੋ। ਉਹ ਜਿਹੜੇ ਭੇਡ ਚਾਲ ਇਹਨਾਂ ਨੇ ਗੱਲ ਕਹੀ ਹੈ ਵੀ ਇੱਕ ਭੇਡ ਚਾਲ ਚੱਲੀ ਹੋਈ ਹੈ ਬਾਹਰ ਜਾਣ ਦੀ, ਉਸ ਤੋਂ ਗੁਰੇਜ਼ ਕਰੋ। ਜੇ ਬਾਹਰ ਜਾ ਕੇ ਤੁਸੀਂ ਆਪ ਕੰਮ ਕਰਨੇ ਹੋ ਤਾਂ ਪੰਜਾਬ ਵਿੱਚ ਰਹਿ ਕੇ ਵੀ ਆਪ ਕੰਮ ਕਰੋਗੇ ਤਾਂ ਪੰਜਾਬ ਹੋਰ ਵਧੀਆ ਬਣੇਗਾ।